ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਮਨਜੀਤ ਕੌਰ ਹੈ। ਅੱਜ ਅਸੀਂ ਯੂਨਿਟ 7 ਕਰਾਂਗੇ, ਜਿਹਦਾ ਨਾਮ ਹੈ ਭੂਮੀ ਦਾ ਬਾਜ਼ਾਰ ਲੈਂਡ ਮਾਰਕੀਟ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਫਰਮ ਜਾਂ ਪ੍ਰੋਡਿਊਸਰਸ ਨੂੰ ਪ੍ਰੋਡਕਸ਼ਨ ਕਰਨ ਟਾਈਮ ਜਿਹੜੇ 4 ਫੈਕਟਰ ਆਫ ਪ੍ਰੋਡਕਸ਼ਨਸ ਨੇ, ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੀਨਰਸ, ਇਹਨਾਂ ਚਾਰਾਂ ਦਾ ਯੂਜ਼ ਕਰਨਾ ਪੈਂਦਾ ਹੈ। ਤਾਂ ਪ੍ਰੋਡਕਸ਼ਨ ਦੇ ਫੰਕਸ਼ਨਸ ਨੇ ਚਾਰ, ਜਿਨ੍ਹਾਂ ਦਾ ਯੂਜ਼ ਕਰਕੇ ਹੀ ਜਿਹੜਾ ਪ੍ਰੋਡਿਊਸਰ ਹੈ, ਫਰਮ ਹੈ, ਉਹ ਪ੍ਰੋਡਕਸ਼ਨ ਕਰਨੀ ਪੈਂਦੀ ਹੈ ਉਸਨੂੰ। ਤੇ ਉਹ ਇਹਨਾਂ ਦੇ ਬਦਲੇ, ਇਹਨਾਂ ਫੈਕਟਰ ਆਫ ਪ੍ਰੋਡਕਸ਼ਨ ਦੇ ਬਦਲੇ ਇਹਨਾਂ ਨੂੰ ਕੀ ਪੇ ਕਰਦੀ ਆ? ਪੇਮੈਂਟਸ ਪੇ ਕਰਦੀ ਹੈ। ਜਿਵੇਂ ਕਿ ਲੈਂਡ ਦੇ ਬਦਲੇ ਕੈਪੀਟਲ ਹੋ ਗਿਆ, ਲੇਬਰ ਦੇ ਬਦਲੇ ਵੇਜਸ ਹੋ ਗਿਆ, ਐਂਡ ਕੈਪੀਟਲ ਦੇ ਬਦਲੇ ਇੰਟਰਸਟ ਹੋ ਗਿਆ। ਠੀਕ ਹੈ। ਤੇ ਐਂਟਰਪ੍ਰੀਨਿਓਰਸ ਨੂੰ ਮਿਲਦਾ ਹੈ ਪ੍ਰੋਫਿਟ। ਇਸ ਤੋਂ ਪਹਿਲਾਂ ਆਪਾਂ ਨੇ ਕੀਤਾ ਸੀਗਾ ਲੇਬਰ ਮਾਰਕੀਟ। ਲੇਬਰ ਮਾਰਕੀਟ ਦੇ ਵਿੱਚ ਜਿਹੜੀ ਆਪਣੀ ਲੇਬਰ ਦੀਆਂ ਵੇਜਸ ਨੇ, ਉਹ ਕਿੱਦਾਂ ਫਿਕਸ ਕੀਤੀਆਂ ਜਾਂਦੀਆਂ ਨੇ। ਠੀਕ ਹੈ। ਇਕੁਇਲਿਬਰੀਅਮ ਕਿੱਥੇ ਹੁੰਦਾ ਹੈ, ਤੇ ਟ੍ਰੇਡ ਯੂਨੀਅਨਸ ਕੀ ਹੁੰਦੀਆਂ ਨੇ, ਲੇਬਰ ਲਾਜ਼ ਕੀ ਹੁੰਦੇ ਨੇ। ਤੇ ਅੱਜ ਦਾ ਸਾਡਾ ਟੌਪਿਕ ਹੈ ਲੈਂਡ ਮਾਰਕੀਟ। ਇਸ ਦੇ ਵਿੱਚ ਆਪਾਂ ਲੈਂਡ ਦੀ ਗੱਲ ਕਰਾਂਗੇ, ਲੈਂਡ ਮਾਰਕੀਟ ਦੀ ਗੱਲ ਕਰਾਂਗੇ ਕਿ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਲੈਂਡ ਨੂੰ ਯੂਜ਼ ਕੀਤਾ ਜਾਂਦਾ ਹੈ, ਲੈਂਡ ਦੀ ਡਿਮਾਂਡ ਕੀਤੀ ਜਾਂਦੀ ਹੈ, ਤੇ ਉਹਦੇ ਬਦਲੇ ਜੋ ਰੈਂਟ ਹੈ ਜੋ ਫਿਕਸ ਕੀਤਾ ਜਾਂਦਾ ਹੈ, ਉਹ ਕਿੱਦਾਂ ਫਿਕਸ ਕੀਤਾ ਜਾਂਦਾ ਹੈ, ਤੇ ਰੈਂਟ ਦੀਆਂ ਪੇਮੈਂਟਸ ਕਿਵੇਂ ਹੁੰਦੀਆਂ ਨੇ, ਰੈਂਟ ਕਿਉਂ ਅਰਾਈਜ਼ ਹੁੰਦਾ, ਰੈਂਟ ਹੁੰਦਾ ਕੀ ਹੈ। ਠੀਕ ਹੈ। ਤੇ ਲੈਂਡ ਮਾਰਕੀਟ ਕੀ ਹੈ, ਇਸ ਦੇ ਬਾਰੇ ਅਸੀਂ ਅੱਜ ਦੇ ਟੌਪਿਕ ਦੇ ਵਿੱਚ ਪੜਾਂਗੇ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਵਾਟ ਇਜ਼ ਲੈਂਡ ਮਾਰਕੀਟ। ਲੈਂਡ ਮਾਰਕੀਟ ਕੀ ਹੈ? ਲੈਂਡ ਮਾਰਕੀਟ ਉਹ ਬਾਜ਼ਾਰ ਹੈ, ਭੂਮੀ ਬਾਜ਼ਾਰ ਹੈ, ਜਿਹਦੇ ਵਿੱਚ ਆਪਾਂ ਕੀ ਕਰਦੇ ਹਾਂ? ਲੈਂਡ ਦੀ ਡਿਮਾਂਡ ਕਰਦੇ ਹਾਂ ਕਿਸੇ ਵੀ ਪਰਪਸ ਦੇ ਲਈ, ਚਾਹੇ ਉਹ ਪ੍ਰੋਡਕਸ਼ਨ ਦੇ ਲਈ ਹੋਵੇ, ਚਾਹੇ ਉਹ ਬਿਲਡਿੰਗ ਬਣਾਉਣ ਦੇ ਲਈ ਹੋਵੇ। ਠੀਕ ਹੈ। ਤਾਂ ਲੈਂਡ ਦੇ ਯੂਜ਼ ਦੇ ਲਈ ਆਪਾਂ ਨੂੰ ਜਿਹੜੇ ਵੀ ਆਪਣੇ ਫਾਰਮਰਸ ਨੇ ਜਾਂ ਪ੍ਰੋਡਿਊਸਰਸ ਨੇ, ਉਹਨਾਂ ਨੂੰ ਲੈਂਡ ਦੀ ਡਿਮਾਂਡ ਕਰਨੀ ਪੈਂਦੀ ਹੈ। ਤੇ ਲੈਂਡ ਸਪਲਾਇਰ ਜੋ ਵੀ ਕਹਿੰਦੇ ਆਪਣੇ ਵਿਲੇਜਿਸ ਦੇ ਵਿੱਚ ਹੁੰਦੇ ਨੇ, ਲੈਂਡ ਲਾਰਡਸ ਹੁੰਦੇ ਨੇ। ਠੀਕ ਹੈ। ਜਿਨ੍ਹਾਂ ਦੇ ਕੋਲ ਲੈਂਡ ਹੁੰਦੀ ਆ, ਤੇ ਆਪਣੇ ਜ਼ਿਮੀਂਦਾਰ ਹੁੰਦੇ ਨੇ। ਠੀਕ ਹੈ। ਉਹ ਆਪਣੇ ਲੈਂਡ ਨੂੰ ਰੈਂਟ ਤੇ ਦਿੰਦੇ ਨੇ ਫਾਰਮਿੰਗ ਕਰਨ ਦੇ ਲਈ, ਜਾਂ ਫਿਰ ਲੈਂਡ ਲਾਰਡਸ ਤੋਂ ਜੋ ਆਪਣੇ ਪ੍ਰੋਡਿਊਸਰਸ ਨੇ, ਫਰਮਸ ਨੇ, ਉਹ ਲੈਂਡ ਲੈਂਦੀਆਂ ਨੇ ਰੈਂਟ ਤੇ। ਠੀਕ ਹੈ। ਆਪਣੇ ਜੋ ਹੈ ਪ੍ਰੋਡਕਸ਼ਨ ਪਰਪਸ ਦੇ ਲਈ। ਠੀਕ ਹੈ। ਜਾਂ ਮਾਰਕੀਟ ਅਰਾਈਜ਼ ਕਰਨ ਦੇ ਲਈ। ਤਾਂ ਆਪਾਂ ਸਿਰਫ ਲੈਂਡ ਦੇ ਬਦਲੇ ਹੀ ਰੈਂਟ ਨਹੀਂ ਦਿੰਦੇ। ਰੈਂਟ ਉਹ ਕਿਸੇ ਵੀ ਚੀਜ਼ ਦਾ ਹੋ ਸਕਦਾ ਹੈ, ਜਿਹੜੀ ਆਪਾਂ ਕਿਸੇ ਵੀ ਚੀਜ਼ ਦੀ ਜਦੋਂ ਸਰਵਿਸਿਜ਼ ਲੈਂਦੇ ਹਾਂ। ਜਿਵੇਂ ਕਿ ਤੁਸੀਂ ਦੇਖੀ ਹੋਣਾ ਕਿ ਆਪਾਂ ਕਰੋਕਰੀ ਰੈਂਟ ਤੇ ਲੈਂਦੇ ਹਾਂ, ਤੇ ਉਸ ਤੋਂ ਬਾਅਦ ਆਪਾਂ ਟੈਂਟ ਰੈਂਟ ਤੇ ਲੈਂਦੇ ਹਾਂ, ਫਰਨੀਚਰ। ਠੀਕ ਹੈ। ਐਂਡ ਫਿਰ ਆਪਾਂ ਕਈ ਮਸ਼ੀਨਸ ਰੈਂਟ ਤੇ ਲੈਂਦੇ ਹਾਂ, ਹਾਊਸ ਰੈਂਟ ਤੇ ਲੈਂਦੇ ਹਾਂ। ਠੀਕ ਹੈ। ਐਂਡ ਲੈਂਡ ਰੈਂਟ ਤੇ ਲੈਂਦੇ ਹਾਂ। ਤਾਂ ਜਦੋਂ ਅਸੀਂ ਕਿਸੇ ਵੀ ਚੀਜ਼ ਦੀ ਸਰਵਿਸਿਜ਼ ਲੈਂਦੇ ਹਾਂ, ਤਾਂ ਉਹਦੇ ਬਦਲੇ ਸਾਨੂੰ ਜੋ ਪੇਮੈਂਟਸ ਕਰਨੀਆਂ ਪੈਂਦੀਆਂ ਨੇ, ਉਹਦੀ ਸਰਵਿਸਿਜ਼ ਲੈਣ ਦੇ ਲਈ, ਦੈਟ ਇਜ਼ ਕਾਲਡ ਰੈਂਟ। ਠੀਕ ਹੈ। ਇਹ ਹਾਊਸ ਦਾ ਵੀ ਹੋ ਸਕਦਾ, ਫਰਨੀਚਰ ਦਾ ਵੀ ਹੋ ਸਕਦਾ, ਟੈਂਟ ਦਾ ਵੀ ਹੋ ਸਕਦਾ, ਕਿਸੇ ਵੀ ਚੀਜ਼ ਦਾ ਹੋ ਸਕਦਾ ਜਿਹੜੀ ਤੁਸੀਂ ਲੈ ਰਹੇ ਹੋ ਆਪਣੇ ਯੂਜ਼ ਦੇ ਲਈ। ਤਦ ਕਹਿੰਦੇ ਰੈਂਟ ਕੀ ਹੁੰਦਾ ਹੈ? ਰੈਂਟ ਇੱਕ ਤਾਂ ਹੁੰਦਾ ਕਿਸੇ ਵੀ ਚੀਜ਼ ਦੇ ਲਈ ਸਰਵਿਸਿਜ਼ ਦੇ ਲਈ, ਤੇ ਇੱਕ ਹੁੰਦਾ ਲੈਂਡ ਰੈਂਟ, ਜੋ ਸਿਰਫ ਲੈਂਡ ਦੇ ਯੂਜ਼ ਦੇ ਲਈ ਦਿੱਤਾ ਜਾਂਦਾ ਹੈ। ਜਦੋਂ ਆਪਾਂ ਲੈਂਡ ਦੀ ਸਰਵਿਸਿਜ਼ ਲੈਣੀ ਹੋਵੇ, ਫਾਰਮਰਸ ਨੇ ਫਾਰਮਿੰਗ ਦੇ ਲਈ, ਜ਼ਿਮੀਂਦਾਰ ਤੇ ਲੈਂਡਲੋਰਡਸ ਤੋਂ ਲੈਂਡ ਲੈਣੀ ਆ, ਐਂਡ ਪ੍ਰੋਡਿਊਸਰਸ ਨੇ ਪ੍ਰੋਡਕਸ਼ਨ ਦੇ ਲਈ ਲੈਂਡਲੋਰਡਸ ਤੋਂ ਲੈਂਡ ਲੈਣੀਆਂ। ਤਾਂ ਫਿਰ ਉਹ ਲੈਂਡ ਦੇ ਯੂਜ਼ ਦੇ ਬਦਲੇ ਜੋ ਆਪਾਂ ਪੇਮੈਂਟਸ ਕਰਦੇ ਆ, ਡੈਟ ਇਜ਼ ਕਾਲਡ ਰੈਂਟ। ਤਦੋਂ ਰੈਂਟ ਹੁੰਦਾ, ਰੈਂਟ ਅਰਾਈਜ਼ ਹੁੰਦਾ। ਤਾਂ ਅਕੋਰਡਿੰਗ ਟੂ ਕਾਰਵਰ ਆਪਾਂ ਕੀ ਕਹਿ ਸਕਦੇ ਹਾਂ? ਦ ਪ੍ਰਾਈਸ ਪੇਡ ਫॉर द यूज ऑफ लैंड इज कॉल्ड ਰੈਂਟ। ਕਹਿੰਦੇ ਜਿਹੜਾ ਪ੍ਰਾਈਸ ਆਪਾਂ ਲੈਂਡ ਦੇ ਯੂਜ਼ ਦੇ ਬਦਲੇ ਪੇ ਕਰਦੇ ਆ, ਉਹਨੂੰ ਆਪਾਂ ਰੈਂਟ ਕਹਿੰਦੇ ਆ। ਦਿਸ ਇਜ਼ ਅ ਡੈਫੀਨੇਸ਼ਨ ਥਰੂ ਕਾਰਵਰਸ ਜਿਹੜੀ ਉਹਨਾਂ ਨੇ ਦਿੱਤੀ ਹੈ। ਦ ਪ੍ਰਾਈਸ ਆਫ ਲੈਂਡ the price paid for land is called rent। ਠੀਕ ਹੈ। ਤੇ ਜਿਹੜਾ ਰੈਂਟ ਹੈ, ਡਿਫਰੈਂਟ ਟਾਈਪਸ ਦਾ ਹੁੰਦਾ ਹੈ। ਰੈਂਟ ਦੇ ਕਈ ਟਾਈਪਸ ਨੇ, ਜਿਨ੍ਹਾਂ ਦੇ ਵਿੱਚੋਂ ਫਰਸਟ ਟਾਈਪ ਹੈ ਇਕਨੋਮਿਕ ਰੈਂਟ। ਇਕਨੋਮਿਕ ਰੈਂਟ ਕੀ ਹੁੰਦਾ? ਜਿਹਨੂੰ ਆਪਾਂ ਸਿਰਫ ਪੇ ਕਰਦੇ ਹਾਂ ਓਨਲੀ ਦਾ ਯੂਜ਼ ਆਫ ਲੈਂਡ, ਸਿਰਫ ਲੈਂਡ ਦੇ ਯੂਜ਼ ਦੇ ਲਈ। ਮਤਲਬ ਮੇਰੇ ਕੋਲ ਕਿਤੇ ਇੱਕ ਓਪਨ ਲੈਂਡ ਪਈ ਹੈ, ਮੈਂ ਉਹਨੂੰ ਸਿਰਫ ਯੂਜ਼ ਕਰਨਾ ਹੈ, ਤਾਂ ਉਸ ਦੇ ਯੂਜ਼ ਦੇ ਲਈ ਮੈਂ ਕੀ ਕਰੂੰਗਾ? ਜੋ ਵੀ ਪੇਮੈਂਟਸ ਕਰੂੰਗਾ, ਤਾਂ ਦਿਸ ਇਜ਼ ਅ ਇਕਨੋਮਿਕ ਰੈਂਟ, ਸਿਰਫ ਲੈਂਡ ਯੂਜ਼ ਕਰਨ ਦੇ ਲਈ। ਤੇ ਸੈਕੰਡ ਇਜ਼ ਅ ਗ੍ਰੋਸ ਰੈਂਟ। ਕਹਿੰਦੇ ਬਟ ਜਦੋਂ ਗ੍ਰੋਸ ਰੈਂਟ ਦੇ ਵਿੱਚ ਕੀ ਹੁੰਦਾ? ਜਦੋਂ ਲੈਂਡ ਯੂਜ਼ ਕਰਨ ਦੇ ਨਾਲ ਨਾਲ ਮੈਂ ਕੋਈ ਲੈਂਡ ਦੀ ਹੋਰ ਸਰਵਿਸਿਜ਼ ਵੀ ਲੈ ਰਹੀ ਹਾਂ। ਠੀਕ ਹੈ। ਇਹਦੇ ਵਿੱਚ ਆਪਣਾ ਕੀ ਆ ਗਿਆ? ਇੱਕ ਇਕਨੋਮਿਕ ਰੈਂਟ ਆ ਗਿਆ, ਪਲੱਸ ਇੰਟਰਸਟ ਆ ਗਿਆ, ਪਲੱਸ ਰਿਵਾਰਡ ਫॉर ਰਿਸਕ ਆ ਗਿਆ।
क्योंकि रिवार्ड फॉर रिस्क मीनस मैं उते इन्वेस्ट कर रहा अपनी कैपिटल इन्वेस्ट कर रहे जिवें कि ओनली मैं पहला की कीता इकनॉमिक रेंट पे कीता सिर्फ लैंड दे यूज दे लिए रेंट पे कीता लैंड ओपन पई है लेकिन हुण मैं की कर रहा उते इंटरस्ट लैके कैपिटल लै रहा पहला उते इंटरस्ट पे कर रहा कैपिटल क्यों लै रहा क्योंकि मैं कैपिटल इन्वेस्टमेंट करनी हाँ मैं उत्थे अपनी कोई शॉप लगानी हाँ या फिर मैं उत्थे ट्यूबवैल लगानी हाँ फार्मिंग के लिए ठीक है उत्थे अपनी कैपिटल इन्वेस्ट करके मैं ਉਹਦੇ ਨਾਲ ਉਹ कैपिटल ਦੀ ਸਬਸਿਡੀਜ਼ ਵੀ ਲੈ ਰਿਹਾ ਜਿਹਦੇ ਥਰੂ मैं लैंड ਦਾ यूज करूँगा ठीक है that this is a gross rent means total ਜਿਹੜਾ economic rent plus interest plus risk कि मैनू रिस्क भी रहता है कि बाद ਦੇ ਵਿੱਚ मैं जो इन्वेस्ट की कैपिटल ਉਹਦਾ ਮੈਨੂੰ लॉस ना हो जाए प्रॉफिट होवे ਜਾਂ लॉस में कंफ्यूज हाँ तो 3 टाइप्स ऑफ ਜਿਹੜੀ ਇਹ ਰੈਂਟ ਨੇ ਇਹ ਆਪਣੇ ਗ੍ਰੋਸ ਰੈਂਟ ਦੇ ਵਿੱਚ ਐਡ ਹੁੰਦੇ ਨੇ ਇਹਨਾਂ ਨੂੰ ਜਿਹੜਾ ਆਪਣਾ ਇੰਟਰਸਟ ਜਾਂ ਕੈਪੀਟਲ ਰੈਂਟ ਰਿਸਕ ਦੇ ਵਿੱਚ ਆ ਜਾਂਦਾ ਇਹਨੂੰ ਆਪਾਂ ਕੰਟਰੈਕਟ ਰੈਂਟ ਵੀ ਬੋਲਦੇ ਆ ਜਦੋਂ ਆਪਾਂ ਲੈਂਡ ਦੇ ਨਾਲ ਲੈਂਡ ਤੇ ਜਿਹੜੀ ਵੀ ਸਬਸਿਡੀ ਹੁੰਦੀ ਆ ਉਹਨੂੰ ਵੀ ਲੈਂਦੇ ਆ ਜਿਵੇਂ ਕਿ ਕਈ ਵਾਰ ਫਾਰਮਰਸ ਨੂੰ ਫਾਰਮਿੰਗ ਦੇ ਲਈ ਟਿਊਬਵੈਲਸ ਲੈਂਡ ਤੇ ਲੱਗੀ ਹੋਈ ਮਿਲਦੀ ਆ ਉਹਨੂੰ ਖੁਦ ਤੋਂ ਲਗਾਉਣ ਦੀ ਲੋੜ ਨਹੀਂ ਪੈਂਦੀ ਦੈਟ ਇਜ਼ ਅ ਕੰਟਰੈਕਟ ਰੈਂਟ ਤੇ ਇਹ ਟਾਈਮ ਪੀਰੀਅਡ ਦੇ ਅਕੋਰਡਿੰਗ ਆਪਾਂ ਉਹ ਲੈਂਡ ਤੇ ਲੈਂਡ ਤੇ ਜਿਹੜੀ ਕੈਪੀਟਲ ਉਹਨਾਂ ਨੇ ਇਨਵੈਸਟ ਕੀਤੀ ਆ ਉਹਦੀ ਸਬਸਿਡੀ ਨੂੰ ਲੈਣ ਦੇ ਲਈ एक पर्टिकुलर टाइम पीरियड्स के लिए जो पेमेंट्स करते हैं दैट इज अ कॉन्ट्रैक्ट रेंट ठीक है एंड उस तो बाद आ गया स्कारसिटी रेंट जो मेनली आप बोल देंगे कि रेंट अराइज होने का मेन रीजन क्या है स्कारसिटी व्हाट इज स्कारसिटी का मतलब है कि जो अपन जी डिमांड्स ने ज़्यादा हो लेकिन सप्लाई आ वो घट हो इट इज़ कॉल्ड स्कारसिटी ਤਾਂ ਲੈਂਡ ਦੇ ਵਿੱਚ ਵੀ ਕੀ ਹੁੰਦਾ ਹੈ ਲੈਂਡ ਦਾ ਰੈਂਟ ਕਿਉਂ ਰਾਈਜ਼ ਹੁੰਦਾ ਹੈ ਸਕਾਰਸਿਟੀ ਦੇ ਕਾਰਨ ਰਾਈਜ਼ ਹੁੰਦਾ ਹੈ ਕਿਉਂਕਿ ਲੈਂਡ ਦੀ ਜਿਹੜੀ ਸਪਲਾਈ ਆ ਉਹ ਕੀ ਹੈ ਫਿਕਸਡ ਹੈ ਕਨਸਟੈਂਟ ਆ ਆਪਾਂ ਲੈਂਡ ਦੀ ਸਪਲਾਈ ਨੂੰ ਇਨਕਰੀਜ਼ ਨਹੀਂ ਕਰ ਸਕਦੇ ਲੈਂਡ ਦੇ ਸਾਈਜ਼ ਨੂੰ ਇਨਕਰੀਜ਼ ਨਹੀਂ ਕਰ ਸਕਦੇ ਲੇਕਿਨ ਜਿਹੜੀ ਲੈਂਡ ਦੀ ਡਿਮਾਂਡ ਹੈ ਉਹ ਡੇ ਬਾਈ ਡੇ ਕੀ ਹੁੰਦੀ ਜਾ ਰਹੀ ਹੈ ਇਨਕਰੀਜ਼ ਹੁੰਦੀ ਜਾ ਰਹੀ ਹੈ ਕਿਉਂਕਿ ਪੋਪੂਲੇਸ਼ਨ ਇਨਕਰੀਜ਼ ਹੁੰਦੀ ਜਾ ਰਹੀ ਹੈ ਪੋਪੂਲੇਸ਼ਨ ਇਨਕਰੀਜ਼ ਹੁੰਦੀ ਜਾ ਰਹੀ ਹੈ ਤਾਂ ਹਾਊਸਿੰਗ ਫੈਸਿਲਿਟੀ ਦੇ ਲਈ ਕੀ ਹੈ ਲੈਂਡ ਦੀ ਲੋੜ ਹੈ एंड उस तो बाद फिर की है अपनी जो फूड रिक्वायरमेंट है उन्होंने पूरा करने के लिए भी लैंड की लोड़ है तब कि लैंड की डिमांड जो इंक्रीज हो जाती है लेकिन जी सप्लाई है वो फिक्स रहती है तो वो करके जो रेंट है राइज होंगे डैट इज कॉल्ड स्कारसिटी रेंट एक होंगे डिफरेंशियल रेंट दिस इज अ 4th टाइप डिफरेंशिएट रेंट का मतलब होंगे कि जी अपनी लैंड होंगी जो फ्री गिफ्ट ऑफ नेचर के थ्रू सानू मिली है सारिया थावां ते जिहड़ी लैंड की फर्टिलिटी आ वो एक चीज़ नहीं होंगी लैंड की फर्टिलिटी की होंगी है डिफरेंट होंगी है जिवें कि तुसीं जानते हो अपने इधर पंजाब के विच लैंड ठीक है आपां उहनूं यूज़ कर सकते हैं लेकिन अगर आपां राजस्थान वाल दी गल करिए उस लैंड की फर्टिलिटी घट है क्योंकि उत्थे इरीगेशन फैसिलिटी प्रॉपर नहीं हैगी ठीक है होर एरिए दे विच चले जाइए तो उत्थे कोई होर क्रॉप ज़्यादा होंदी है अपने इधर होर होंदी है कोई किसी होर अपने वीट की प्रोडक्शन दे विच कोई अपने मेज़ की प्रोडक्शन दे विच कोई एप्पल की प्रोडक्शन दे विच बनाना की प्रोडक्शन दे विच कहते अकॉर्डिंग टू फर्टिलिटी जी लैंड आ वो अलग अलग होंगी है तो वो थ्रू लैंड का जो रेंट है वो राइज होता है जी मोर फर्टाइल लैंड होंगी है जिसे प्रोडक्शन ज़्यादा होंगी है ए ग्रेड की लैंड वो जी रेंट है उसकी की होएगा ज़्यादा होएगा जिमें कि डिफरेंट अपनिया क्वालिटीज ऑफ लैंड ने डिफरेंट फर्टिलिटी ऑफ लैंड ने ABCD जिमें कि ए इज अ सुपीरियर क्वालिटी ऑफ लैंड उसकी फर्टिलिटी ज़्यादा है उस तो घट BT उस तो घट CT उस तो घट DB डी इज द इनफीरियर लैंड जिसकी फर्टिलिटी बहुत घट है तो सारे चाहेंगे कि सानू ज़्यादा फर्टिलिटी वाली लैंड मिले अगर फार्मर्स ने क्रॉप ग्रो करनी है तो ए जी ग्रेड की लैंड है उन्होंने लेना प्रैफर करेंगे लेकिन ए ग्रेड की जी अपनी रेंट है वो की होएगा ज़्यादा होएगा बी दे नालों बी दा सी दे नालों सी दा डी दे नालों दिस इज अ डिफरेंशिएट रेंट कि हर एक जी लैंड है वो फर्टिलिटी करके उसका जो रेंट होंगे वो कहता डिफरेंट होंगे तो इतने जो लॉ ऑफ डिमिनिशिंग रिटर्नस है वो भी अप्लाई हो रहा है ठीक है सिचुएशन रेंट जी लैंड आ ਉਹਦਾ ਜਿਹੜਾ ਰੈਂਟ ਆ ਉਹ ਸਿਚੁਏਸ਼ਨ ਤੇ ਵੀ ਮੈਟਰ ਕਰਦਾ ਹੈ ਸਿਚੁਏਸ਼ਨ ਤੇ ਮੈਟਰ ਕਰਦਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿੱਥੇ ਪਾਪੂਲੇਸ਼ਨ ਜ਼ਿਆਦਾ ਹੁੰਦੀ ਹੈ ਮਾਰਕੀਟ ਫੈਸਿਲਿਟੀਜ਼ ਜ਼ਿਆਦਾ ਮਿਲਦੀਆਂ ਨੇ ਜਾਂ ਟਰਾਂਸਪੋਰਟ ਫੈਸਿਲਿਟੀਜ਼ ਬੈਂਕਿੰਗ ਫੈਸਿਲਿਟੀਜ਼ ਜਿਹੜੇ ਏਰੀਆ ਦੇ ਵਿੱਚ ਜ਼ਿਆਦਾ ਮਿਲਦੀਆਂ ਨੇ ਜਿਹੜਾ ਥੋੜਾ ਜਿਹਾ ਜ਼ਿਆਦਾ ਡਿਵੈਲਪ ਹੁੰਦਾ ਹੈ
ਉੱਥੇ ਦੀ ਲੈਂਡ ਤੇ ਜਿਹੜੀ ਥੋੜੀ ਜਿਹੀ ਬੈਕਵਰਡ ਏਰੀਆ ਉਹਦੀ ਲੈਂਡ ਦਾ ਕੀ ਹੁੰਦਾ ਡਿਫਰੈਂਟ ਹੁੰਦਾ ਅਕੋਰਡਿੰਗ ਟੂ ਸਿਚੁਏਸ਼ਨਸ, ਠੀਕ ਹੈ। ਤਾਂ ਉਹ ਲੈਂਡ ਤੇ ਜਿੱਥੇ ਕੋਲ ਫੈਸਿਲਿਟੀਜ਼ ਹੋਣ ਉਹਨਾਂ ਦੀ ਜਿਹੜੀ ਰੈਂਟ ਹੈ ਉਹ ਕੀ ਹੁੰਦਾ ਜ਼ਿਆਦਾ ਹੁੰਦਾ ਹੈ, ਲੇਕਿਨ ਜਿਹੜੀ ਦੂਸਰੀਆਂ ਲੈਂਡ ਨੇ ਉਹਨਾਂ ਦਾ ਰੈਂਟ ਕੀ ਹੁੰਦਾ ਹੈ ਘੱਟ ਹੁੰਦਾ ਹੈ, ਉਹਨਾਂ ਦਾ ਪ੍ਰਾਈਸ ਘੱਟ ਹੁੰਦਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸ਼ਹਿਰ ਦੇ ਵਿੱਚ ਅਸੀਂ ਲੈਂਡ ਬਾਈ ਕਰਾਂਗੇ ਤਾਂ ਪਲੋਟਸ ਦੇ ਅਕੋਰਡਿੰਗ ਕਰੋੜਾਂ ਦੇ ਵਿੱਚ ਪੈ ਜਾਂਦੀ ਹੈ ਆਪਾਂ ਨੂੰ, ਲੇਕਿਨ ਇੱਧਰ ਅਗਰ ਆਪਾਂ ਵਿਲੇजेस ਦੇ ਵਿੱਚ ਟਰਾਈ ਕਰੀਏ ਦੈਨ ਉੱਥੇ ਕਿ ਆਪਾਂ ਨੂੰ ਈਜ਼ੀਲੀ ਜਿਹੜੀ ਥੋੜੀ ਜਿਹੀ ਸਸਤੀ ਰੈਂਟ ਆ ਉਹਦੇ ਬਦਲੇ ਜਿਹੜੀ ਲੈਂਡ ਆ ਉਹ ਲੈਂਡ ਦੀ ਫੈਸਿਲਿਟੀ ਪ੍ਰੋਵਾਈਡ ਹੋ ਜਾਂਦੀ ਆ। ਕਿਉਂਕਿ ਪਤਾ ਹੈ ਕਿ ਅਗਰ ਵਿਲੇਜ ਏਰੀਆ ਦੇ ਵਿੱਚ ਲਵਾਂਗੇ ਤਾਂ ਉੱਥੇ ਟਰਾਂਸਪੋਰਟ ਫੈਸਿਲਿਟੀ ਨਹੀਂ, ਬੈਂਕਿੰਗ ਫੈਸਿਲਿਟੀ ਨਹੀਂ ਹੈਗੀ, ਠੀਕ ਹੈ। ਆਪਣਾ ਵੇਅਰ ਹਾਊਸਿੰਗ ਨਹੀਂ ਹੈਗੀ ਤਾਂ ਸਾਨੂੰ ਬਾਜ਼ਾਰ ਦੇ ਵਿੱਚ ਆਉਣਾ ਪੈਗਾ, ਸਾਡੀ ਟਰਾਂਸਪੋਰਟ ਕਾਸਟ ਆਏਗੀ। ਲੇਕਿਨ ਅਗਰ ਆਪਾਂ ਉੱਥੇ ਨਜ਼ਦੀਕੀ ਲਵਾਂਗੇ ਸਾਡੀ ਟਰਾਂਸਪੋਰਟ ਕਾਸਟ ਨਹੀਂ ਆਏਗੀ। ਤਾਂ ਪਹਿਲਾਂ ਹੀ ਜਿਹੜਾ ਆਪਣਾ ਡਿਵੈਲਪ ਏਰੀਆ ਹੁੰਦਾ, ਟਾਊਨ ਏਰੀਆ ਹੁੰਦਾ, ਸਿਟੀ ਏਰੀਆ ਹੁੰਦਾ, ਤਾਂ ਉਹਦੇ ਵਿੱਚ ਥੋੜੀ ਜਿਹੀ ਵੀ ਰੈਂਟ ਉਹ ਕੀ ਹੁੰਦਾ ਜ਼ਿਆਦਾ ਹੁੰਦਾ ਹੈ, ਜਿੱਥੇ ਫੈਸਿਲਿਟੀਜ਼ ਪ੍ਰੋਪਰ ਹੁੰਦੀਆਂ। ਦਿਸ ਇਜ਼ ਦਾ ਸਿਚੁਏਸ਼ਨ। ਉਸ ਤੋਂ ਬਾਅਦ ਦੇਖੋ ਇਫੈਕਟ ਆਫ ਟੈਕਸ ਔਨ ਦਾ ਲੈਂਡ ਯੂਜ਼। ਕਹਿੰਦੇ ਜਦੋਂ ਆਪਾਂ ਲੈਂਡ ਦਾ ਯੂਜ਼ ਕਰਦੇ ਹਾਂ ਤਾਂ ਜਿਹੜੀ ਸਾਨੂੰ ਗਵਰਨਮੈਂਟ ਟੈਕਸ ਲਗਾਉਂਦੀ ਹੈ ਤਾਂ ਉਹਦਾ ਲੈਂਡ ਦੇ ਯੂਜ਼ ਤੇ ਕੀ ਇਫੈਕਟ ਹੈ। ਫਸਟ ਆਫ ਆਲ ਜਿਹੜਾ ਆਪਣਾ ਟੈਕਸ ਹੈ, ਟੈਕਸ ਦਾ ਲੈਂਡ ਦੇ ਯੂਜ਼ ਤੇ ਇੰਨਾ ਇਫੈਕਟ ਨਹੀਂ ਪਏਗਾ, ਕਿਉਂਕਿ ਆਪਾਂ ਨੇ ਲੈਂਡ ਰਹਿਣ ਦੇ ਲਈ ਲੈਣੀ ਹੀ ਲੈਣੀ ਹੈ, ਫਾਰਮਿੰਗ ਦੇ ਲਈ ਹੀ ਲੈਣੀ ਹੈ। ਐਂਡ ਫਿਰ ਉਸ ਤੋਂ ਬਾਅਦ ਆਪਾਂ ਨੇ ਅਗਰ ਕੋਈ ਫਰਮ ਇੰਡਸਟਰੀ ਲੈਣੀ ਹੈ ਤਾਂ ਉਹਦੇ ਵਿੱਚ ਵੀ ਆਪਾਂ ਨੂੰ ਲੈਂਡ ਦਾ ਯੂਜ਼ ਕਰਨਾ ਹੀ ਪਏਗਾ। ਇਫੈਕਟ ਆਫ ਟੈਕਸ ਔਨ ਲੈਂਡ ਕੀ ਹੁੰਦਾ ਹੈ, ਜਦੋਂ ਗਵਰਨਮੈਂਟ ਟੈਕਸ ਲਗਾ ਦਿੰਦੀ ਆ ਤਾਂ ਸਾਨੂੰ ਰੈਂਟ ਦੇ ਵਿੱਚੋਂ ਹੀ ਜਿਹੜਾ ਆਪਣਾ ਟੈਕਸ ਆ ਉਹ ਕੀ ਕਰਨਾ ਪੈਂਦਾ ਹੈ, ਪੇ ਕਰਨਾ ਪੈਂਦਾ ਹੈ। ਤਾਂ ਟੈਕਸ ਲੱਗਣ ਦੇ ਨਾਲ ਜਿਹੜਾ ਸਾਡਾ ਲੈਂਡ ਦਾ ਰੈਂਟ ਆ ਉਹ ਥੋੜਾ ਜਿਹਾ ਗਵਰਨਮੈਂਟ ਦੇ ਕੋਲ ਚਲੇ ਜਾਂਦਾ ਹੈ, ਕਿਉਂਕਿ ਗਵਰਨਮੈਂਟ ਕੀ ਕਰਦੀ ਹੈ, ਗਵਰਨਮੈਂਟ ਟੈਕਸ ਲਗਾਉਂਦੀ ਹੈ। ਲੇਕਿਨ ਟੈਕਸ ਲਗਾਉਣ ਦੇ ਨਾਲ ਕੀ ਹੋ ਜਾਂਦਾ, ਆਪਣੀ ਜਿਹੜੀ ਰੈਂਟ ਆ ਉਹ ਇਨਕਰੀਜ਼ ਹੋ ਜਾਂਦਾ ਹੈ, ਲੇਕਿਨ ਜਿਹੜਾ ਆਪਣਾ ਡਿਮਾਂਡ ਆ ਉਹ ਕੀ ਹੋ ਜਾਂਦੀ ਹੈ, ਟੈਕਸ ਲਗਾਉਣ ਦੇ ਨਾਲ ਥੋੜੀ ਜਿਹੀ ਡਿਕਰੀਜ਼ ਹੋ ਜਾਂਦੀ ਹੈ, ਸਪਲਾਈ ਆਪਣੀ ਉਨੀ ਹੀ ਰਹਿੰਦੀ ਆ। ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ, ਉਹ ਐਕਸ ਅਕਸ਼ ਤੇ ਕੁਆਂਟੀਟੀ ਆਫ ਲੈਂਡ ਲਿੱਤੀ ਹੋਈ ਹੈ ਐਂਡ ਉਹ ਵਾਈ ਤੇ ਰੈਂਟ ਲਿੱਤਾ ਹੋਇਆ ਹੈ, ਤੇ ਐਸ ਐਸ ਆਪਣੀ ਕੀ ਹੈ, ਸਪਲਾਈ ਕਰਵ ਕੀ ਹੈ, ਸਪਲਾਈ ਕਰਵ ਹੈ ਜੋ ਵਾਈ ਐਕਸਿਸ ਦੇ ਪੈਰਲਲ ਹੈ। ਸਪਲਾਈ ਕਰਵ ਕੀ ਹੈ, ਕਾਂਸਟੈਂਟ ਹੈ, ਜਿਹਦੇ ਵਿੱਚ ਕੋਈ ਵੀ ਇਨਕਰੀਜ਼ ਡਿਕਰੀਜ਼ ਨਹੀਂ ਹੋ ਰਿਹਾ। ਲੈਂਡ ਦੀ ਸਪਲਾਈ ਕੀ ਹੈ, ਉਨੀ ਹੈ ਜਿੰਨੀ ਪਹਿਲਾਂ ਸੀ, ਲੇਕਿਨ ਡਿਮਾਂਡ ਪਹਿਲਾਂ ਕਿੰਨੀ ਸੀ, D1 ਜੋ ਸਪਲਾਈ ਕਰਵ ਨੂੰ E1 ਪੁਆਇੰਟ ਤੇ ਕੱਟ ਰਹੀ ਹੈ। E1 ਇਜ਼ ਅ ਇਕੁਇਲਿਬ੍ਰੀਅਮ ਪੁਆਇੰਟ। ਜਦੋਂ ਗਵਰਨਮੈਂਟ ਦੇ ਥਰੂ ਟੈਕਸ ਲਗਾਇਆ ਗਿਆ ਤਾਂ ਟੈਕਸ ਦੇ ਥਰੂ ਕੀ ਹੋ ਗਿਆ, ਡਿਮਾਂਡ ਡਿਕਰੀਜ਼ ਹੋ ਕੇ ਲੈਫਟ ਸਾਈਡ ਆਪਣੀ ਡਿਮਾਂਡ ਕਰਵ D2 ਹੋ ਗਈ ਤੇ ਨਿਊ ਇਕੁਇਲਿਬ੍ਰੀਅਮ E2 ਤੇ ਕੱਟ ਹੋਇਆ, ਜਿਹਦੇ ਨਾਲ ਰੈਂਟ ਡਿਕਰੀਜ਼ ਹੋ ਕੇ ਕਿੰਨਾ ਹੋ ਗਿਆ, ਨੀਚੇ ਆ ਗਿਆ। ਤੇ ਟੈਕਸ ਲਗਾਉਣ ਦੇ ਨਾਲ ਜਿਹੜੀ ਆਪਣੀ ਲੈਂਡ ਆ ਉਹ ਮਹਿੰਗੀ ਹੋ ਜਾਏਗੀ, ਜਿਹਦੇ ਨਾਲ ਜਿਹੜੀ ਆਪਣੀ ਡਿਮਾਂਡ ਆ ਲੈਂਡ ਦੀ ਉਹ ਕੀ ਹੋ ਜਾਏਗੀ, ਘਟ ਜਾਏਗੀ। ਦਿਸ ਇਜ਼ ਦ ਇਫੈਕਟ ਆਫ ਟੈਕਸ ਔਨ ਲੈਂਡ। डिमांड उन्नी रहेगी क्योंकि क्वांटिटी इतनी डिमांड की सप्लाई की उन्नी ही है, लेकिन रेंट घट जाएगा। नैक्सट इज द थ्योरीज ऑफ रेंट। इतने जो डिफरेंट इकोनॉमिस्ट ने उन्होंने रेंट ਦੀਆਂ ਥਿਊਰੀਜ਼ ਦਿੱਤੀਆਂ ਨੇ। ਆਪਾਂ ਇੱਥੇ ਮੇਨ ਥਿਊਰੀਜ਼ ਆਫ ਰੈਂਟ 3 ਥਿਊਰੀਜ਼ ਪੜਾਂਗੇ ਰੈਂਟ ਦੀਆਂ, ਠੀਕ ਹੈ, ਜਿਹੜੀਆਂ ਇੰਪੋਰਟੈਂਟ ਥਿਊਰੀਜ਼ ਨੇ ਉਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਪੇਪਰ ਦੇ ਵਿੱਚ ਆ ਸਕਦੀ ਹੈ। ਤਾਂ ਫਰਸਟ ਇਜ਼ ਅ ਰਿਕਾਰਡੀਅਨ ਥਿਊਰੀ ਆਫ ਰੈਂਟ। ਰਿਕਾਰਡੀਅਨ ਥਿਊਰੀ ਆਫ ਜਿਹੜੀ ਰੈਂਟ ਹੈ ਇਹ ਰਿਕਾਰਡੋ ਨੇ ਦਿੱਤੀ ਸੀਗੀ। ਅਕੋਰਡਿੰਗ ਟੂ ਰਿਕਾਰਡੋ ਕੀ ਕਹਿੰਦੇ ਨੇ, ਰਿਕਾਰਡੋ rent is that portion of the produce of the earth which is paid to the landlord for the use of original and indestructible power of the soil। ਰਿਕਾਰਡੋ ਕੀ ਕਹਿੰਦਾ, ਕਹਿੰਦੇ ਲੈਂਡ ਸਾਨੂੰ ਅਰਥ ਤੇ ਫ੍ਰੀ ਗਿਫਟ ਆਫ ਨੇਚਰ ਹੈ। ਇਹ ਕਹਿੰਦੇ ਐਦਾਂ ਨਹੀਂ ਸਿਰਫ ਲੈਂਡ ਹੀ ਹੈ, ਇਹ ਲੈਂਡ ਜੋ ਨੇਚਰ ਜਿਹੜੇ ਲੈਂਡ ਤੇ ਨੇਚਰ ਦੇ ਰਿਸੋਰਸਿਸ ਪਾਏ ਜਾਂਦੇ ਨੇ, ਜਿਵੇਂ ਕਿ ਫੋਰੈਸਟ ਹੋ ਗਿਆ, ਮਿਨਰਲਸ ਹੋ ਗਏ, ਠੀਕ ਹੈ, ਮਾਈਨਸ ਹੋ ਗਿਆ, ਤਾਂ ਇਹ ਸਾਰੇ ਨੇ ਜਿਹੜੇ ਇਹ ਲੈਂਡ ਦੇ ਵਿੱਚ ਹੀ ਇਨਕਲੂਡਡ ਨੇ। ਲੇਕਿਨ ਲੈਂਡ ਜੇ ਆਪਾਂ ਸਿਰਫ ਲੈਂਡ ਦੀ ਗੱਲ ਕਰੀਏ, ਲੈਂਡ ਇਜ਼ ਆ यूज ऑफ ओरिजिनल, ਜਿਹਨੂੰ ਕਹਿੰਦੇ ओरिजिनल ਅਸਲੀ, ਜਿਹਨੂੰ ਕਮਾਇਆ ਨਹੀਂ ਜਾ ਸਕਦਾ, ਇਹਨੇ ਜਿਹਨੂੰ ਵੰਡਿਆ ਨਹੀਂ ਜਾ ਸਕਦਾ, ਉਹ ਪਾਵਰਟੀ ਸੋਇਲ। According to this definition, portion of the produce of land which is given to the landlord for the use of original and indestructible power of the soil is called rent। ਕਹਿੰਦੇ ਜਿਹੜਾ ਫਾਰਮਰਸ ਨੂੰ, ਪ੍ਰੋਡਿਊਸਰਸ ਨੂੰ ਲੈਂਡਲॉर्ड्स ਦੇ ਥਰੂ
ओरिजिनल ਤੇ ਇਨਡਿਸਟ੍ਰਕਟੇਬਲ ਪਾਵਰ ਆਫ ਸੋਇਲ ਦਾ ਯੂਜ਼ ਕਰਨ ਦੇ ਲਈ ਲੈਂਡ ਦਿੱਤੀ ਜਾਂਦੀ ਹੈ, ਉਹਦੇ ਬਦਲੇ ਜੋ ਪੇਮੈਂਟਸ ਹੁੰਦੀਆਂ ਨੇ ਡੈਟ ਇਜ਼ ਕਾਲਡ ਰੈਂਟ। Basic assumptions की ने Ricardo theory दिया. The first is there is a different in fertility of land. Some lands are superior or fertile and while other lands are inferior or less fertile. फर्स्ट डिफरेंट है कि रिकार्डो कहते हैं कि जी लैंड आ ਉਹਦਾ ਰੈਂਟ ਕਿਉਂ ਅਰਾਈਜ਼ ਹੁੰਦਾ ਕਿਉਂਕਿ ਜਿਹੜੀ ਲੈਂਡ ਆ ਉਹ ਡਿਫਰੈਂਟ ਹੁੰਦੀ ਹੈ ਫਰਟੀਲਿਟੀ ਦੇ ਅਕੋਰਡਿੰਗ। ਕਈ ਲੈਂਡ ਹੈ ਜਿਹੜੀ ਉਹ ਸੁਪੀਰੀਅਰ ਲੈਂਡ ਹੁੰਦੀ ਹੈ, ਕਈ ਲੈਂਡ ਇਨਫੀਰੀਅਰ ਲੈਂਡ ਹੁੰਦੀ ਹੈ ਤੇ ਕਈ ਲੈਸ ਫਰਟਾਈਲ ਲੈਂਡ ਹੁੰਦੀ ਹੈ। ਤਾਂ ਉਸ ਦੇ ਬੇਸ ਤੇ ਸੁਪੀਰੀਅਰ ਦਾ ਰੈਂਟ ਹੈ ਜਿਹੜਾ ਜ਼ਿਆਦਾ ਹੋਏਗਾ, ਇਨਫੀਰੀਅਰ ਦਾ ਘੱਟ। Second is from the point of view of the entire economy, supply of land is fixed, it cannot be increased or decreased. Second is ਕਹਿੰਦੇ ਸਾਰੀ ਇਕੋਨਮੀ ਦੇ ਵਿੱਚ ਜਿਹੜੀ ਸਪਲਾਈ ਹੈ ਲੈਂਡ ਦੀ ਉਹ ਫਿਕਸ ਹੈ। ਤੁਸੀਂ ਸੋਚ ਸਕਦੇ ਹੋ ਕਿ ਆਪਾਂ ਸਪਲਾਈ ਲੈਂਡ ਦੀ ਇਨਕਰੀਜ਼ ਕਰ ਸਕਦੇ ਹਾਂ, ਨਹੀਂ ਕਰ ਸਕਦੇ। ਜਿੰਨੀ ਲੈਂਡ ਹੈ ਉਨੀ ਹੀ ਸਾਨੂੰ ਯੂਜ਼ ਕਰਨੀ ਹੀ ਪਏਗੀ। ਇਹਨੂੰ ਨਿਊ ਨਹੀਂ ਬਣਾਇਆ ਸਕਦਾ, ਇਹਦੀ ਪ੍ਰੋਡਕਸ਼ਨ ਨਹੀਂ ਹੋ ਸਕਦੀ। ਇਟ ਕੈਨੋਟ ਬੀ ਇਨਕਰੀਜ਼ਡ ਔਰ ਡਿਕਰੀਜ਼ਡ, ਨਾ ਹੀ ਇਹਨੂੰ ਘਟਾਇਆ ਜਾ ਸਕਦਾ, ਚਾਹੇ ਤੁਸੀਂ ਇਹਤੇ ਅੱਗ ਲਗਾ ਦਿਓ ਚਾਹੇ ਪਾਣੀ। Land has only one use, cultivations, there are no alternative uses of land। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕਿਸੇ ਵੀ ਸਬਸਿਡੀ ਨੂੰ ਲੈਣ ਦੇ ਬਦਲੇ ਆਪਾਂ ਉਹਦੀ ਜੋ ਪੇਮੈਂਟ ਦਿੰਦੇ ਡੈਟ ਇਜ਼ ਕਾਲਡ ਰੈਂਟ। ਲੇਕਿਨ ਰਿਕਾਰਡੋ ਨੇ ਕਿਹਾ ਕਿ ਲੈਂਡ ਨੂੰ ਸਿਰਫ ਆਪਾਂ ਇੱਥੇ ਲੈਂਡ ਦਾ ਕੋਈ ਵੀ ਅਲਟਰਨੇਟਿਵ ਯੂਜ਼ ਨਹੀਂਗਾ, ਲੈਂਡ ਨੂੰ ਸਿਰਫ ਆਪਾਂ ਕਲਟੀਵੇਸ਼ਨਸ ਮੀਨ ਫਾਰਮਿੰਗ ਦੇ ਲਈ ਯੂਜ਼ ਕਰਦੇ। देयर इज परफेक्ट कंपटीशन इन प्रोडक्ट मार्केट। इतने परफेक्ट कंपटीशन है प्रोडक्ट मार्केट ਦੇ ਵਿੱਚ ਜਿਹਦੇ ਪ੍ਰੋਡਕਸ਼ਨ ਕੀਤੀ ਜਾਂਦੀ ਹੈ, ਗੁੱਡਸ ਸੇਲ ਐਂਡ ਪਰਚੇਸ ਕੀਤੀਆਂ ਜਾਂਦੀਆਂ ਨੇ। ਤਾਂ ਇੱਥੇ ਹੋਮੋਜੀਨੀਅਸ ਪ੍ਰੋਡਕਟਸ ਨੇ, ਲਾਰਜ ਨੰਬਰ ਆਫ ਬਾਇਰਸ ਤੇ ਸੈਲਰਸ ਨੇ। Hence, one kind of agriculture production sells in the entire market at one price। कि लैंड मार्केट ਤੇ ਰਿਕਾਰਡੋ ਦੇ ਥਰੂ ਇੱਕ अपनी assumption है कि पूरी मार्केट ਦੇ ਵਿੱਚ ਸਿਰਫ एग्रीकल्चर ਦੇ ਪ੍ਰੋਡਕਟਸ ਇਕੁਅਲ ਤਰ੍ਹਾਂ ਦੇ ਹੋਣਗੇ ਤੇ ਉਹਨਾਂ ਦੀ ਪ੍ਰਾਈਸ ਵੀ ਇਕੁਅਲ ਹੋਵੇਗੀ। लॉ ऑफ डिमिनिशिंग रिटर्न्स ऑपरेट्स इन एग्रीकल्चर। उन्होंने बोलिया कि एग्रीकल्चर सैक्टर है, लैंड ਨੂੰ ਆਪਾਂ ਐਗਰੀਕਲਚਰ ਦੇ ਲਈ ਯੂਜ਼ ਕਰਦੇ ਹਾਂ ਤੇ ਐਗਰੀਕਲਚਰ ਸੈਕਟਰ ਦੇ ਵਿੱਚ ਲਾਅ ਆਫ ਡਿਮਿਨਿਸ਼ਿੰਗ ਰਿਟਰਨਸ ਯੂਜ਼ ਹੋਏਗਾ। ਜਿਵੇਂ ਹੀ ਅਸੀਂ ਸ਼ਾਰਟ ਰਨ ਦੇ ਵਿੱਚ ਫਿਕਸ ਫੈਕਟਰਸ ਦੇ ਨਾਲ ਵੇਰੀਏਬਲ ਫੈਕਟਰਸ ਨੂੰ ਇਨਕਰੀਜ਼ ਕਰਾਂਗੇ, ਮੀਨਸ ਲੇਬਰ ਨੂੰ ਇਨਕਰੀਜ਼ ਕਰਾਂਗੇ, ਲੈਂਡ ਇਜ਼ ਅ ਫਿਕਸ ਫੈਕਟਰ, ਤਾਂ ਸਾਡੀ ਜਿਹੜੀ ਪ੍ਰੋਡਕਸ਼ਨ ਹੈ ਉਹ ਰਿਟਰਨਸ ਨੇ ਉਹ ਕੀ ਹੋਣਗੇ, ਡਿਮਿਨਿਸ਼ਿੰਗ ਹੋਣਗੇ। ਡਿਮਿਨਿਸ਼ਿੰਗ ਰਿਟਰਨਸ ਐਂਡ ਇਨਕਰੀਜ਼ਿੰਗ ਕਾਸਟ ਵਾਲਾ ਜਿਹੜਾ ਲਾਅ ਹੈ ਐਗਰੀਕਲਚਰ ਸੈਕਟਰ ਦੇ ਵਿੱਚ ਅਪਲਾਈ ਹੋਏਗਾ। देयर अर्जिस्ट मार्जिनल और नॉन रेंट लैंड इन द इकोनॉमी। वो की बोलते हैं कि अपनी इकोनॉमी ਦੇ ਵਿੱਚ ਕੋਈ ਐਦਾਂ ਦੀ ਲੈਂਡ ਵੀ ਹੈ ਜਿਹਦਾ ਕੋਈ ਵੀ ਮਾਰਜਨ ਨਹੀਂ, ਜਿਹਨੂੰ ਇਨਕਰੀਜ਼ ਨਹੀਂ ਕਰਦੇ ਆਪਾਂ, ਤੇ ਨੋ ਰੈਂਟ, ਜਿਹਦਾ ਕੋਈ ਵੀ ਰੈਂਟ ਨਹੀਂ ਹੈ। ਦਿਸ ਇਜ਼ ਅ ਇਨਫੀਰੀਅਰ ਲੈਂਡ, ਡੀ ਗ੍ਰੇਡ ਆਫ ਲੈਂਡ। Land is cultivated in order to its fertility. First of all, farmer cultivate more fertile land and then less fertile one। ਰਿਕਾਰਡੋ ਨੇ ਬੋਲਿਆ ਕਿ ਲੈਂਡ ਨੂੰ ਸਿਰਫ ਫਾਰਮਰ ਫਰਟੀਲਿਟੀ ਦੇ ਲਈ ਯੂਜ਼ ਕਰਦੇ ਨੇ। ਸਭ ਤੋਂ ਪਹਿਲਾਂ ਉਹ ਜਿਹੜੀ ਮੋਰ ਫਰਟਾਈਲ ਲੈਂਡ ਆ ਉਹ ਯੂਜ਼ ਕਰਦੇ ਨੇ, ਬਾਅਦ ਦੇ ਵਿੱਚ ਜਿਹੜੀ ਘੱਟ ਫਰਟਾਈਲ ਵਿੱਚ ਤੇ ਘੱਟ ਪ੍ਰੋਡਕਸ਼ਨ ਹੁੰਦੀ ਹੈ ਉਸ ਲੈਂਡ ਨੂੰ ਯੂਜ਼ ਕਰਾਂਗੇ। ਤਾਂ ਮੋਸਟਲੀ ਆਪਾਂ ਵੀ ਇਸ ਤਰ੍ਹਾਂ ਹੀ ਕਰਾਂਗੇ, ਜਿੱਥੇ ਪ੍ਰੋਡਕਸ਼ਨ ਜ਼ਿਆਦਾ ਹੋਏਗੀ ਆਪਾਂ ਉੱਥੇ ਹੀ ਪਹਿਲਾਂ ਆਪਣੀ ਫਸਲ ਨੂੰ ਲਗਾਵਾਂਗੇ। ਫਰਟੀਲਿਟੀ ਆਫ ਲੈਂਡ ਇਜ਼ ਓਰੀਜਨਲ ਇਨ ਇਨਡਿਸਟਰਕਟੇਬਲ। ओरिजिनल तो इंडस्ट्रक्टेबल है। डिमांड फॉर एग्रीकल्चर प्रोडक्ट्स इंक्रीज विद इंक्रीज इन पॉपुलेशन। कहते सप्लाई तो कॉन्स्टेंट है, फिक्सड है, लेकिन डिमांड किस चीज़ पर डिपेंड करती है, पॉपुलेशन पर डिपेंड करती है। अगर पॉपुलेशन इंक्रीज हो रही है तो फूड रिक्वायरमेंट एंड हाउस रिक्वायरमेंट के कारण जी लैंड है वो डिमांड भी इंक्रीज होगी। नेक्स्ट, कॉस्ट ऑफ एग्रीकल्चर प्रोड्यूस डिपेंड्स अपॉन द अमाउंट ऑफ लेबर स्पेंड ऑफ इन। कहते एग्रीकल्चर प्रोडक्ट्स की कॉस्ट किस चीज़ से डिपेंड करती है, प्रोडक्शन के प्रोड्यूसर से डिपेंड करती है कि उन्हें कितनी लेबर से पैसा स्पेंड करना है एग्रीकल्चर सैक्टर के प्रोडक्शन इनक्रीज करने। इन ऑर्डर टू ब्रिंग ऑल काइंड्स ऑफ लैंड अंडर कल्टिवेशन a uniform number of labor is employed। cost of production is uniform but the amount of produce from different land is different। उन्होंने बोलिया है कि ਜਿਹੜੀ ਅਮਾਉਂਟ ਆਪਾਂ ਡਿਫਰੈਂਟ ਲੈਂਡ ਦੇ ਲਈ ਪੇਮੈਂਟ ਕਰਾਂਗੇ, ਜੋ ਰੈਂਟ ਦਵਾਂਗੇ ਉਹ ਵੀ ਕੀ ਹੋਏਗਾ, ਡਿਫਰੈਂਟ ਹੋਏਗਾ। ਇਹ ਰਿਕਾਰਡੋ ਦਾ ਕਹਿਣਾ ਹੈ। ਦਿਸ ਇਜ਼ ਦ ਬੇਸਿਕ ਅਜ਼ੰਪਸ਼ਨ ਆਫ ਰਿਕਾਰਡੋ। then now next is determination of rent। ਮੇਨ ਟੂ ਜਿਹੜੇ ਆਪਣੇ ਰੀਜ਼ਨਸ ਨੇ, ਆਪਣੀ ਜਿਹੜੀ ਕਲਾਸੀਕਲ ਥਿਊਰੀ ਹੈ ਰਿਕਾਰਡੀਅਨ ਥਿਊਰੀ, ਉਹਨੇ ਟੂ ਮੇਨ ਪ੍ਰਿੰਸੀਪਲਸ ਦਿੱਤੇ ਨੇ ਜਿਹੜੇ ਅਪਲਾਈ ਹੁੰਦੇ ਨੇ ਆਪਣੇ ਲੈਂਡ ਦੇ ਵਿੱਚ। ਠੀਕ ਹੈ, ਰਿਕਾਰਡੀਅਨ ਥਿਊਰੀ ਦੇ ਵਿੱਚ ਇੱਕ ਤਾਂ ਹੈਗਾ ਮੇਨ ਰੀਜ਼ਨਸ ਰੈਂਟ ਅਰਾਈਜ਼ ਹੋਣ ਦਾ, ਐਕਸਟੈਂਸਿਵ
एक्सटेंसिव कल्टीवेशन, एक हैगा इंटेंसिव कल्टीवेशन। द फर्स्ट इज व्हाट इज एक्सटेंसिव कल्टीवेशन। इंटेंसिव ਦਾ मतलब कि कल्टीवेशन ਨੂੰ इंक्रीज करना, प्रोडक्शन ਨੂੰ इंक्रीज करना इंटरनल मैथड ਦੇ थ्रू। एक्सटेंसिव मीनस ਬਾਹਰੋਂ रिसोर्सेज ਨੂੰ ਲੈ ਕੇ ਆਪਣੀ प्रोडक्शन ਨੂੰ इंक्रीज करना। दिस इज अ एक्सटेंसिव कल्टीवेशन ਜਿਹਦੇ ਵਿੱਚ ਕੀ ਹੁੰਦਾ ਹੈ, ਉਹ ਇਹਦੇ ਥ्रू ਰੈਂਟ ਇਜ਼ ਇਕੁਅਲ ਟੂ ਪ੍ਰਾਈਸ ਮਾਈਨਸ ਏਸੀ। ਕਹਿੰਦੇ ਰੈਂਟ ਕਿਉਂ ਅਰਾਈਜ਼ ਹੁੰਦਾ, देयर इज अ डिफरेंस बिटवीन प्राइस एंड एवरेज कॉस्ट। प्राइस अपन ਨੂੰ किस ਦੇ थ्रू ਮਿਲਦਾ ਹੈ, प्राइस ਨੂੰ ਆਪਾਂ एवरेज रेवेन्यू भी कह ਦਿੰਦੇ ਆ, क्योंकि प्राइस जो सानू मिलता है प्रोडक्शन के बदले, जो अपने प्रोड्यूसर्स ਨੂੰ फर्म ਨੂੰ प्राइस मिलेगा ਉਹਦੀ ਕੀ ਹੋਏਗਾ, इनकम होएगी, रेवेन्यू होएगा। दिस इज द एवरेज रेवेन्यू माइनस एवरेज कॉस्ट। एवरेज रेवेन्यू इज पर प्रोडक्ट दी कॉस्ट तो मिलने वाला प्राइस, एंड एवरेज कॉस्ट मीनस पर प्रोडक्ट दी कॉस्ट। ਤਾਂ ਇਹ ਆ ਤੇ ਵਿੱਚੋਂ ਇਹ ਸੀ ਜਦੋਂ ਮਾਈਨਸ ਕਰਾਂਗੇ ਤਾਂ ਜੋ ਸਾਡੇ ਕੋਲ ਬਚੇਗਾ ਦੈਟ ਇਜ਼ ਦਾ ਰੈਂਟ। ਇਹ ਰਿਕਾਰਡੋ ਬੋਲਦੇ ਨੇ ਐਕਸਟੈਂਸਿਵ ਕਲਟੀਵੇਸ਼ਨ ਦੇ ਥਰੂ। ਤਾਂ ਉਹ ਕੀ ਕਹਿੰਦੇ ਨੇ, ਡਿਟਰਮੀਨੇਸ਼ਨ ਆਫ ਰੈਂਟ ਕੀ ਹੁੰਦਾ, ਐਕਸਟੈਂਸਿਵ ਕਲਟੀਵੇਸ਼ਨ ਦੀ ਗੱਲ ਕੀਤੀ ਗਈ ਆ। ਕਹਿੰਦੇ ਰਿਕਾਰਡੀਅਨ ਥਿਊਰੀ ਆਫ ਰੈਂਟ ਕੈਨ ਬੀ ਐਕਸਪਲੇਨਡ ਵਿਦ ਦ ਹੈਲਪ ਆਫ ਐਨ ਐਗਜ਼ਾਮਪਲ ਆਫ ਨਿਊਲੀ ਸੈਟਲਸ। ਉਹ ਕੀ ਨਿਊ ਕੰਟਰੀ ਦੇ ਵਿੱਚ ਬੋਲਦੇ ਨੇ। ਕਹਿੰਦੇ ਇੱਕ ਨਿਊ ਕੰਟਰੀ ਹੈ, ਉੱਥੇ ਕੀ ਹੈ, ਮੰਨ ਲਓ ਨਿਊ ਕੰਟਰੀ ਹੈ, ਉਹ ਨਿਊ ਕੰਟਰੀ ਓਪਨ ਹੋਈ ਹੈ ਤੇ ਉਹਦੇ ਵਿੱਚ ਜਿਹੜੀ ਪਾਪੂਲੇਸ਼ਨ ਹੈ ਫਸਟਲੀ ਕਾਂਸਟੈਂਟ ਹੈ, ਜਿਨਕੇ ਪੀਪਲ ਮੂਵ ਹੋ ਗਏ, ਵਨ ਹੋ ਗਏ, ਤੇ ਉਹਦੇ ਵਿੱਚ ਜਿੰਨੀ ਵੀ ਲੈਂਡ ਸੀਗੀ ਉਹਨਾਂ ਨੇ ਸਾਰੀ ਕੀ ਆ, ਏ ਗ੍ਰੇਡ ਦੀ ਲੈਂਡ ਆ। ਮੰਨ ਲਓ ਕਿ ਆਪਣੀ ਕੰਟਰੀ ਦੇ ਵਿੱਚ ਏ ਬੀ ਸੀ ਡੀ 4 ਗ੍ਰੇਡ ਆਫ ਲੈਂਡ ਆ। ਜਿਹੜੀ ਏ ਗ੍ਰੇਡ ਹੈ ਸੁਪੀਰੀਅਰ ਗ੍ਰੇਡ ਦੀ ਲੈਂਡ ਆ, ਬੀ थोड़ी जी उस तो घट, सी उस तो घट, एंड डी इनफीरियर। डी बिल्कुल ही घट फर्टिलिटी, लैस फर्टिलिटी वाली लैंड है। तो हुण फर्स्टली की होएगा कि जो पॉपूलेशन घट है तो सारे पीपल्स की डिमांड पूरी हो रही है। सारे पीपल्स जी ए ग्रेड की लैंड है, वधिया फर्टाइल लैंड है, मोर फर्टाइल लैंड है, उसकी डिमांड कर रहे हैं, ये सब की डिमांड पूरी भी हो रही है। लेकिन ਹੁਣ ਕੀ ਹੈ, डे बाय डे पॉपूलेशन इंक्रीज हो रही है। पॉपूलेशन की कितनी ज़्यादा इंक्रीज हो रही है, ਜਿਹਦੇ ਨਾਲ ए ग्रेड की लैंड ਜਿਹੜੀ ਸਭ ਦੇ ਲਈ ਸਫੀਸ਼ੀਐਂਟ ਨਹੀਂ ਹੈਗਾ, क्योंकि पॉपूलेशन इंक्रीज, डिमांड इंक्रीज। ਹੁਣ ए ग्रेड की लैंड नहीं हैगी ਤਾਂ ए ग्रेड की लैंड तो बाद ਉਹ ਕੀ यूज़ ਕਰਨਗੇ, बी ग्रेड की लैंड यूज़ करनगे, ਉਹਦੀ डिमांड करनगे। अगर पॉपूलेशन होर इंक्रीज हो जाए तो सी ग्रेड की लैंड यूज़ करनगे, ਜਿਹਦੇ ਲਈ ਰੈਂਟ ਉਹਨਾਂ ਨੂੰ ਥੋੜਾ ਜਿਹਾ ਉਸ ਤੋਂ ਘੱਟ ਦੇਣਾ ਪਏਗਾ, ਐਂਡ ਉਸ ਤੋਂ ਬਾਅਦ ਡੀ ਗ੍ਰੇਡ ਦੀ ਲੈਂਡ ਯੂਜ਼ ਕਰਾਂਗੇ। ਜਿਵੇਂ ਜਿਵੇਂ ਪੋਪੂਲੇਸ਼ਨ ਇੰਕਰੀਜ਼ ਹੁੰਦੀ ਜਾਂਦੀ ਆ ਤਾਂ ਆਪਾਂ ਸੁਪੀਰੀਅਰ ਤੋਂ ਇਨਫੀਰੀਅਰ ਲੈਂਡ ਤੇ ਮੂਵ ਆਨ ਕਰਦੇ ਹਾਂ। ਤਾਂ ਪਹਿਲਾਂ ਆਪਾਂ ਡਿਮਾਂਡ ਕਰਾਂਗੇ ਏ ਗ੍ਰੇਡ, ਮੋਰ ਫਰਟਾਈਲ, ਫਿਰ ਬੀ ਸੀ ਡੀ। ਅਗਰ ਪੋਪੂਲੇਸ਼ਨ ਜਿਵੇਂ ਡੇ ਬਾਈ ਡੇ ਇੰਕਰੀਜ਼ ਹੁੰਦੀ ਜਾਏਗੀ ਤਾਂ ਆਪ ਕਹਿੰਦੇ ਰੈਂਟ ਕਿਉਂ ਇੰਕਰਾਈਜ਼ ਹੁੰਦਾ ਹੈ। ਪਹਿਲਾਂ ਏ ਗ੍ਰੇਡ ਲੈਂਡ ਦਾ ਕੋਈ ਵੀ ਰੈਂਟ ਨਹੀਂ ਹੋਏਗਾ, ਕਿਉਂਕਿ ਉਹਦੀ ਜਿਹੜੀ ਡਿਮਾਂਡ ਹੈ ਉਹ ਘੱਟ ਹੈ ਸਪਲਾਈ ਤੋਂ। लेकिन जो हम डिमांड सप्लाई तो ज़्यादा होगी, ए ग्रेड की लैंड की तो रेंट ज़्यादा होएगा, क्योंकि उत्थे प्रोडक्शन भी ज़्यादा होएगी, एंड वो मोर फर्टाइल लैंड है। एंड उस तो बाद अगर बी की गल करिए तो बी का भी रेंट राइज होएगा, क्योंकि पॉपूलेशन इंक्रीज है, डिमांड इंक्रीज है। फिर सी का भी, एंड डी इज द लैस फर्टाइल, वह रेंट जीरो होएगा, कोई भी रेंट नहीं होगा। ठीक है, क्योंकि उन्होंने वो लेना पसंद नहीं करेंगे। ਤਾਂ ਜਿਵੇਂ ਕਿ ਤੁਸੀਂ ਇੱਥੇ ਡਾਇਗਰਾਮ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਰਿਕਾਰਡੋ ਨੇ ਬੋਲਿਆ ਹੈ ਕਿ ਲੈਂਡ ਦਾ ਜਿਹੜਾ ਰੈਂਟ ਹੁੰਦਾ ਉਹ ਫਰਟੀਲਿਟੀ ਤੇ ਡਿਪੈਂਡ ਕਰਦਾ ਹੈ। ਜਿੰਨੀ ਫਰਟੀਲਿਟੀ ਜ਼ਿਆਦਾ ਹੋਏਗੀ ਉਹਨਾਂ ਰੈਂਟ ਜ਼ਿਆਦਾ ਹੋਏਗਾ, ਜਿੰਨੀ ਫਰਟੀਲਿਟੀ ਘੱਟ ਹੋਏਗੀ ਉਹਨਾਂ ਰੈਂਟ ਘੱਟ ਹੋਏਗਾ। ਰੈਂਟ ਕਿਹਦੇ ਇਕੁਅਲ ਹੈ, ਐਵਰੇਜ ਰੈਵਨਿਊ ਮਾਈਨਸ ਐਵਰੇਜ ਕਾਸਟ। ਜਿਵੇਂ ਕਿ ਤੁਸੀਂ ਲੈਂਡ ਦੇਖ ਸਕਦੇ ਹੋ, ਪਹਿਲਾਂ ਏ ਬੀ ਸੀ ਡੀ 4 ਟਾਈਪ ਆਫ ਲੈਂਡ ਹੈ। ਠੀਕ ਹੈ, ग्रेड के अकॉर्डिंग ए ग्रेड, बी ग्रेड, सी ग्रेड, डी ग्रेड। ए ग्रेड इज अ सुपीरियर ग्रेड एंड डी ग्रेड इज द इनफीरियर ग्रेड। उस तो बाद आउटपुट इन क्वांटल्स। हुण ए मोर फर्टाइल लैंड है, ये 10 क्वांटल्स की प्रोडक्शन होती है, बी 8 की, सी 6 की, एंड 4 डी की। एंड कॉस्ट ऑफ लेबर की है, जी आप लेबर लगा रहे हैं, क्योंकि कैपिटल के नाल लेबर के नाल लैंड के नाल लेबर की लोड़ होएगी, कैपिटल की लोड़ होएगी। ठीक है, मशीनरी की लोड़ होएगी। तो इत्थे की बोलिया कि आप ओनली लैंड के प्रोडक्शन के लिए लेबर यूज़ कर रहे हैं, लेबर एंड कैपिटल यूज़ कर रहे हैं। लेबर के कैपिटल की कॉस्ट की आ रही है, फिक्सड कॉस्ट एंड कैपिटल आ रही है। फिक्स लेबर यूज़ कर रहे हैं, 100 जी कॉस्ट है उन्होंने। एंड क्वांटल्स 10864। एंड जो सरप्लस ओवर मार्जिनल लैंड भी सरप्लस है, तो आप जो सरप्लस मिल रहा है 10 क्वांटल वीट में
ਜਾਂ ਆਪਣੇ ਰਾਈਸ ਨੂੰ ਸੇਲ ਕਰਕੇ ਐਂਡ 864 ਨੂੰ ਸੇਲ ਕਰਕੇ। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ मार्जिनल लैंड देख सकते हो, सरप्लस ओवर मार्जिनल लैंड कि ए ग्रेड की लैंड ज़्यादा है क्योंकि टेरिटोरियल प्रोडक्शन है लेकिन कॉस्ट सेम है, ठीक है। लेकिन बी दी 8 है, सी दी 6 है, डी दी 4 है। तो तुसी ये तक देख सकते हो कि जरा रेंट है वो अपना की राइज कितना है 4 है। जी डी ग्रेड की लैंड है वो 4 क्वांटल सिर्फ प्रोड्यूस हो सकती है। तो की डिफरेंट है इतने अपॉर्चुनिटी कॉस्ट की गल की गई है कि ਆਪਾਂ हमेशा ही बेस्ट अपॉर्चुनिटी ਨੂੰ ਚੂਜ਼ ਕਰਦੇ ਹਾਂ। ਆਪਾਂ ਡੀ ਦੀ ਜਗ੍ਹਾ ਤੇ ਸੀ ਦੀ ਜਗ੍ਹਾ ਤੇ ਬੀ ਦੀ ਜਗ੍ਹਾ ਤੇ ਏ ਗ੍ਰੇਡ ਲੈਂਡ ਨੂੰ ਲੈਣਾ ਹੀ ਪਸੰਦ ਕਰਾਂਗੇ ਕਿਉਂਕਿ ਸਾਨੂੰ ਪਤਾ ਹੈ ਕਿ ਇਸ ਤੋਂ ਸਾਨੂੰ ਫਰਟੀਲਿਟੀ ਜ਼ਿਆਦਾ ਹੋਣ ਤੇ ਸਰਪਲਸ ਜ਼ਿਆਦਾ ਮਿਲੇਗਾ, ਇਹ ਸਾਡੇ ਲਈ ਜ਼ਿਆਦਾ ਬੈਨੀਫੀਸ਼ੀਅਲ ਹੈ। ਤਾਂ ਕਹਿੰਦੇ ਜਿਹੜੀ ਲੈਸ ਪ੍ਰੋਡਕਸ਼ਨ ਹੈ ਕੁਆਂਟਲਸ ਦੇ ਵਿੱਚ ਉਹ 4 ਹੈ। ਤਾਂ ਤੁਸੀਂ ਡਿਫਰੈਂਸ ਦੇ ਸਕਦੇ ਹੋ ਕਿ ਮਾਰਜਿਨ ਦੇਖ ਸਕਦੇ ਹੋ ਲੈਂਡ ਦੇ ਸਰਪਲਸ ਦੇ ਵਿੱਚ 10 मार्जिन मतलब की है एसी अपनी कॉस्ट कितनी है 4 है। एवरेज कॉस्ट एंड रेवेन्यू तुम देख सकते हो पहला 10 रेवेन्यू एवरेज रेवेन्यू आ तो एवरेज रेवेन्यू 10 माइनस 4 जो इनकम ए तो मिल रही है और 10 है लेकिन कॉस्ट होती 4 आ रही है। तो 10 माइनस 4 इज इक्वल टू 6, बी दी 8 माइनस 4 इज इक्वल टू 4, सी दी 6 माइनस 4 इज इक्वल टू 2 एंड 4 माइनस 4 इज इक्वल टू 0। तब रेंट इस तरह राइज होता है, रेंट इज इक्वल टू ईयर माइनस कॉस्ट। तो डी का कॉस्ट की है अपनी रेंट के 4 है। तो उस तो बाद सी का उस तो ज़्यादा 6 है। तो उस तो बाद फिर 8 10 प्रोडक्शन। तो फिर रेंट देखो तुसी ए ग्रेड लैंड का रेंट की है 6 है क्योंकि तो सरप्लस की है 6 है एंड बी ग्रेड लैंड का रेंट 4 है और सरप्लस 4 है एंड सी का 2 एंड डी का नो रेंट क्योंकि वो जिन्नी कॉस्ट है उन्ना ही रेवेन्यू है। तो उन्होंने कोई भी लेना पसंद नहीं करेगा, वो वास्ते कुछ भी कोई देना पसंद नहीं करेगा क्योंकि प्रोडक्शन की कॉस्ट की आ रही है सेम आ रही है, कुछ भी एक्स्ट्रा नहीं मिल रहा है, ठीक है। तब ये मेन रीजन है फर्टिलिटी डिफरेंट डिफरेंट है तब करके जो अपना रेंट है लैंड का भी होगा डिफरेंट होएगा 6420 जी सुपीरियर लैंड है वो ज़्यादा होएगा 6 एंड उस तो घट वाले का बी का 4 एंड सी का 2 एंड डी का 9 है। तो तुम इसकी डायग्राम देख सकते हो, दिस इज अ एक्सटेंसिव कल्टिवेशन ਦੀ ਡਾਇਗਰਾਮ ਰਿਕਾਰਡੀਅਨ ਦੇ ਥਰੂ ਰਿਕਾਰਡੋ ਦੇ ਥਰੂ ਉਹ ਐਕਸ ਅਕਸ਼ ਤੇ ਗ੍ਰੇਡਸ ਆਫ ਲੈਂਡ ਲਿੱਤੀਆਂ ਹੋਈਆਂ ਨੇ 4 ਗ੍ਰੇਡਸ ਆਫ ਲੈਂਡ ਏ ਬੀ ਸੀ ਡੀ ਐਂਡ ਉਹ ਵਾਈ ਤੇ ਪ੍ਰੋਡਕਸ਼ਨ ਲਿੱਤੀ ਹੋਈ ਹੈ। ਕਹਿੰਦੇ ਜਦੋਂ ਏ ਗ੍ਰੇਡ ਲੈਂਡ ਨੂੰ ਯੂਜ਼ ਕਰਦੇ ਆ ਤਾਂ ਉਹਤੇ ਜਿਹੜੀ ਟੋਟਲ ਪ੍ਰੋਡਕਸ਼ਨ ਉਹ ਕਿੰਨੀ ਹੋ ਰਹੀ ਹੈ 10 ਹੋ ਰਹੀ ਹੈ। ਜਦੋਂ ਬੀ ਨੂੰ ਯੂਜ਼ ਕਰਦੇ ਆ 8 ਹੋ ਰਹੀ ਹੈ, ਜਦੋਂ 6 ਨੂੰ ਯੂਜ਼ ਕਰਦੇ ਆ तब सी में यूज करते हैं 6 हो रही है, 4 में यूज करते हैं 4 हो रही है डी में, ठीक है। तब फिर क्या टोटल कॉस्ट कितनी अपनी डी है 4 है 4 रुपीज़ अपनी 4 कॉस्ट है एंड अपना जो सरप्लस है ऊपर है ए ग्रेड का लैंड का सरप्लस देखो 4 10 माइनस 4 इज इक्वल टू कितना है जो शेडेड एरिया है 6 एंड बी दा है अपना 4 एंड 3 दा सी दा 2 एंड डी दा 0। तब कहते जो शेडेड एरिया है अपना एक ही है सरप्लस है, सरप्लस इज रेंट, जो सरप्लस होएगा वो क्या होएगा रेंट होएगा ए आर माइनस ए सी इज इक्वल टू रेंट। तर ए का सरप्लस ज़्यादा है, बी का उस तो कट, सी का उस तो कट, डी का नो सरप्लस नो रेंट, ठीक है। एंड जो शेडेड एरिया है वो आप रेंट बोल सकते हैं अकॉर्डिंग टू रिकार्डो। And next is determination of rent under extensive cultivation is also explained with the help of cost curve। ਹੁਣ ਇੱਥੇ with the help of cost curve ਹੈ ਜਿਹੜਾ ਆਪਣਾ different ਜਿਹੜੇ grades of land ਨੇ ਉਹਨਾਂ ਨੂੰ ਕੀ ਕੀਤਾ ਹੈ ਦੱਸਿਆ ਹੋਇਆ ਹੈ। ਜਿਵੇਂ ਕਿ ਤੁਸੀਂ ਦੇਖਿਆ ਹੈ ਪਹਿਲਾਂ ਪਿੱਛੇ ਕਿ A B and C ਤਿੰਨਾਂ ਜਿਹੜੀ grade ਦੀ land ਹੈ ਉਹਨਾਂ ਦਾ ਆਪਣਾ rent ਹੋਏਗਾ, ਜਿਹੜੀ D ਹੈ ਉਹਦਾ 0 rent ਹੋਏਗਾ। ਤਾਂ ਇਸ ਦਾ rent ਕੀ ਹੈ ਸਰਪਲਸ ਹੈ ਜੋ revenue ਤੋਂ cost ਨੂੰ ਕੱਟ ਕੇ ਹੋਏਗਾ। ਤਾਂ ਫਿਰ ਤੁਸੀਂ ਦੇਖ ਸਕਦੇ ਹੋ ਕਿ ਏ ਗ੍ਰੇਡ ਲੈਂਡ ਦੇ ਵਿੱਚ ਜਿਹੜੀ ਕਾਸਟ ਕਰਵ ਐਂਡ ਮਾਰਜਨਲ ਕਰਵ ਤੇ ਮਾਰਜਨਲ ਕਾਸਟ ਕਰਵ ਤੇ ਰੈਵਨਿਊ ਕਰਵ ਹੈ ਉਹਦੇ ਥਰੂ ਇਹਨਾਂ ਨੇ ਐਕਸਪਲੇਨ ਕੀਤਾ ਹੈ। ए आर इज एवरेज रेवेन्यू कर्व जो कि करेगी अपनी प्राइस लाइन होगी जिससे प्राइस फिक्स होगी एंड एम सी इज अ मार्जिनल कॉस्ट कर्व, ए सी इज अ एवरेज कॉस्ट कर्व, ठीक है। एवरेज कॉस्ट कितनी आ रही है किसी भी चीज़ की प्रोडक्शन पे, मार्जिनल कॉस्ट एक एक्स्ट्रा यूनिट प्रोड्यूस करने देना उसकी कॉस्ट कितनी आ रही है। तर इत्थे एक मार्केट की अपनी लिखी हुई है, मार्केट के विच की है जो अपना इक्विलिब्रियम प्राइस है फिक्स होएगा। इक्विलिब्रियम प्राइस फिक्स कितने होता है मार्केट के विच जो तुसीं फोर्थ डायग्राम के विच देख सकते हो। फोर्थ डायग्राम से थ्रू इक्विलिब्रियम प्राइस फिक्स किया होया है जो कितना कितने फिक्स होया है जिथे डिमांड ते सप्लाई
ਇੱਕ ਦੂਸਰੇ ਨੂੰ ਕੱਟ ਰਹੇ ਨੇ। ਤਾਂ ਫੋਰਥ ਡਾਇਗਰਾਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ SS ਇਜ਼ ਅ ਸਪਲਾਈ ਕਰਵ ਐਂਡ DD ਇਜ਼ ਅ ਡਿਮਾਂਡ ਕਰਵ, ਜੋ ਇੱਕ ਦੂਸਰੇ ਨੂੰ E ਪੁਆਇੰਟ ਤੇ ਕੱਟ ਰਹੇ ਨੇ। E ਇਜ਼ ਅ ਇਕੁਇਲਿਬਰੀਅਮ ਪੁਆਇੰਟ, ਜਿੱਥੇ ਆਪਣਾ OP ਜਿਹੜਾ ਪ੍ਰਾਈਸ ਹੈ ਫਿਕਸ ਹੋਇਆ ਹੈ ਤੇ OL ਆਪਣੀ ਆਊਟਪੁੱਟ ਫਿਕਸ ਹੋਈ ਹੈ। ਠੀਕ ਹੈ, ਇਹ ਮਾਰਕੀਟ ਦੇ ਵਿੱਚ ਆਪਾਂ ਨੇ ਆਪਣਾ ਜੋ ਪ੍ਰਾइस है वो फिक्स किया है, रेवेन्यू फिक्स किया है। ਤਾਂ ABCD ਇਹ 4 ਡੇਟ ਆਫ ਲੈਂਡ ਦੇ ਵਿੱਚ ਜਿਹੜਾ ਆਪਣਾ ਪ੍ਰਾइस ਹੈ ਐਵਰੇਜ ਰੈਵਨਿਊ ਕਿੰਨਾ ਫਿਕਸ ਹੋਇਆ ਹੈ, OP ਫਿਕਸ ਹੋਇਆ। ਐਂਡ ਉਸ ਤੋਂ ਬਾਅਦ ਤੁਸੀਂ A ਗ੍ਰੇਡ ਲੈਂਡ ਦੇ ਵਿੱਚ ਦੇਖ ਸਕਦੇ ਹੋ ਜਿਹੜੀ ਐਵਰੇਜ ਕਾਸਟ ਕਰਵ ਹੈ ਪ੍ਰਾइस ਤੋਂ ਉਹ ਕੀ ਹੋਏਗੀ, ਨੀਚੇ ਹੋਏਗੀ, क्योंकि इतने सरप्लस ज़्यादा है ए ग्रेड की लैंड दे विच। ठीक है, प्रोडक्शन ज़्यादा हो रही है, कॉस्ट घट है। एंड MC ते AC नु मिड पॉइंट तो की कर रहा, कट कर रहा। तो MC जिथे अपनी MR नु AR नु कट करेगा, उत्थों अपन नीचे अपनी आउटपुट दिखावांगे। तो अपनी जिहड़ी आउटपुट है वो कितनी है, OPAM। दिस इज द आउटपुट, तुसी कह सकते हो ए ग्रेड लैंड दे विच AM अपनी आउटपुट है। जिहड़ी कॉस्ट है अपनी कितनी है, CM कॉस्ट है। तो AM माइनस CM जो बच गया AC मीन्स ACBP इज अ रेंट सरप्लस। एक ही होएगा ए ग्रेड का रेंट होएगा, सरप्लस होएगा। तो जो शेडेड एरिया ACPB एक ही है, जब PACB की है, दिस इज द रेंट, दिस इज अ सरप्लस। क्योंकि एवरेज कॉस्ट और एवरेज रेवेन्यू ऊपर है, अपना रेवेन्यू ज़्यादा है, कॉस्ट घट है। ए ग्रेड की लैंड सरप्लस ज़्यादा है। ठीक है, क्योंकि ਇਹਦੇ ਵਿੱਚ ਕੀ ਹੈ, ਫਰਟੀਲਿਟੀ ਇਹਦੀ ਜ਼ਿਆਦਾ ਹੈ। ਤੇ B ਗ੍ਰੇਡ ਦੀ ਲੈਂਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਪਣਾ AC MC ਇੱਕ ਦੂਸਰੇ ਨੂੰ ਕੱਟ ਕਰ ਰਹੇ ਨੇ ਤੇ ਜਿਹੜਾ OP ਆਪਣਾ ਇਕੁਇਲਿਬਰੀਅਮ ਪ੍ਰਾਈਸ ਫਿਕਸ ਕੀਤਾ ਉਹ ਆਊਟਪੁੱਟ ਹੋ ਰਹੀ ਹੈ। ठीक है, ਤੇ SN अपना की है, कॉस्ट है प्रोडक्शन दी। एंड ਜਿਹੜਾ RN है वो की रेवेन्यू है। तो RN माइनस SN करांगे तो RS बच जाएगा, PRTS इज अ सरप्लस। तो B ग्रेड का सरप्लस अपना A ग्रेड के नालों घट है। तो B ग्रेड का रेंट भी अपना की होएगा, घट होएगा, क्योंकि उत्ते प्रोडक्शन घट हो रही है। ठीक है, तब B ग्रेड के देख सकते हो OPRN अपनी प्रोडक्शन द प्राइस है, रेवेन्यू है, ते TOTSN कॉस्ट है। तो माइनस करांगे OPRN दे विचों OTSN, तो बच जाएगा PRTS, दिस इज अ सरप्लस। तो D ग्रेड की लैंड के जिवें कि तुसीं देखिया सीगा पहला कि जीरो रेंट, जिन्नी कॉस्ट उन्ना ही रेवेन्यू। तब जी अपनी प्राइस कर्व है OP है तो OQ क्वांटिटी है, तो AC AR तो इक्वल होएगी। ठीक है, तो MC उन्होंने नीचे तो कट करेगी। तो इतने OP प्राइस एंड OQ क्वांटिटी ते B पॉइंट ते की इक्विलिब्रियम पॉइंट है, जिथे जिन्नी कॉस्ट है उन्ना ही रेवेन्यू है, नो सरप्लस। मीनस कोई भी एक्स्ट्रा जी प्रोडक्शन है वो नहीं हो रही मार्केट। तो सप्लाई की जी अपनी कॉस्ट जी अपना रेवेन्यू इक्वल होएगा। तो जिथे नो रेंट अराइज हो रहा D ग्रेड लैंड के जिवें कि तुसीं पहला ही डायग्राम के देखिया सी। एंड उस तो बाद तक ये डायग्राम के थ्रू सानू की पता लगता है कि जिस लैंड की फर्टिलिटी ज़्यादा होएगी ਉਹਦੇ ਵਿੱਚ ਜਿੰਨਾ ਸਰਪਲਸ ਜ਼ਿਆਦਾ ਹੋਏਗਾ, ਜਿੰਨੀ ਪ੍ਰੋਡਕਸ਼ਨ ਜ਼ਿਆਦਾ ਹੋਏਗੀ, ਉਨਾ ਹੀ ਉਸ ਲੈਂਡ ਦਾ ਜਿਹੜਾ ਰੈਂਟ ਆ ਜ਼ਿਆਦਾ ਹੋਏਗਾ। ਲੈਂਡ ਦਾ ਰੈਂਟ ਕਿਉਂ ਰਾਈਜ਼ ਹੁੰਦਾ, ਕਿਉਂਕਿ ਜਿਹੜੀ ਲੈਂਡ ਦੀ ਫਰਟੀਲਿਟੀ ਹੋ ਗਈ ਹੈ ਡਿਫਰੈਂਟ ਆ। ਕਦੇ ਤੇ A ਗ੍ਰੇਡ ਦਾ ਰੈਂਟ ਕੀ ਆ ਉਹ ਜ਼ਿਆਦਾ ਹੈ, B ਗ੍ਰੇਡ ਦਾ ਉਸ ਤੋਂ ਘੱਟ ਹੈ, C ਗ੍ਰੇਡ ਦਾ ਉਸ ਤੋਂ ਘੱਟ ਹੈ, ਤੇ D ਗ੍ਰੇਡ ਦਾ नो है। ठीक है, क्योंकि उत्थे कॉस्ट रेवेन्यू की है सेम है, उसकी फर्टिलिटी कोई भी ज़्यादा नहीं है। जितनी लेबर ते कैपिटल उत्ते इन्वेस्ट हो रही है, रेंट उस पर ही उन्ना ही आ रही है। ये तो सीगा रिकार्डियन दी एक्सटेंसिव थ्योरी। नाउ इंटेंसिव थ्योरी। इंटेंसिव थ्योरी का मतलब की होंदा है कि जदों आपां फर्टिलिटी नूं ना लैंदे होए ਜਿਹੜੇ अपने इंसेंटिव्स ने, इंसेंटिव्स मीनस कैपिटल एंड लेबर, न्यू टैक्नोलॉजी आ गया, इनोवेशनस आ गया, मशीनां आ गया, ਜਾਂ लेबर शॉर्ट रन ਦੇ ਵਿੱਚ ਆਪਾਂ इंक्रीज करते हैं, क्योंकि लॉन्ग रन के सारे फैक्टर ऑफ प्रोडक्शन चेंज कर सकते हैं, लेकिन शॉर्ट रन के सिर्फ आप लेबर चेंज कर सकते हैं। जब कहते आप जो फिक्स फैक्टर ऑफ लैंड आ, फिक्स फैक्टर्स के नाल जो अपना लेबर है, वेरिएबल्स फैक्टर है, उन्होंने इंक्रीज करते हैं। तो उसके नाल जो सरप्लस होंदा है, जो प्रोडक्शन इंक्रीज होंदी है, जिमें जिमें प्रोडक्शन के सरप्लस इंक्रीज होंदा जाएगा तो रेंट भी अपना उसी तरह की होंदा जाएगा, इंक्रीज होंदा जाएगा। कहते कि इंटेंसिव कल्टीवेशन पर डिपेंड करता है कि आप किसी लैंड की फर्टिलिटी तो कितना लै रहे हैं।
मतलब अपनी प्रोडक्शन कितनी इंक्रीज होती जा रही है, जिन्हें जिन्हें इंसेंटिव्स इंक्रीज करेंगे प्रोडक्शन इंक्रीज होएगी, लेबर ਦੇ ਥਰੂ ਤਾਂ ਉਹਨਾਂ ਨੂੰ ਆਪਣਾ ਰੈਂਟ ਵੀ ਕੀ ਹੁੰਦਾ ਜਾਏਗਾ, ਅਰਾਈਜ਼ ਹੁੰਦਾ ਜਾਏਗਾ। ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ, ਇੰਟੈਂਸਿਵ ਕਲਟੀਵੇਸ਼ਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਇਹਦੇ ਵਿੱਚ ਇੰਟੈਂਸਿਵਸ ਯੂਜ਼ ਕਰਕੇ ਆਪਾਂ ਲੈਂਡ ਦੇ, ਕਿਉਂਕਿ ਆਪਾਂ ਲੈਂਡ ਦੀ ਫਰਟੀਲਿਟੀ ਨੂੰ ਇਨਕਰੀਜ਼ ਕਰ ਸਕਦੇ ਹਾਂ, ਲੈਂਡ ਦੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰ ਸਕਦੇ ਹਾਂ, ਤਾਂ ਆਪਾਂ ਲੈਂਡ ਤੇ ਡਿਫਰੈਂਟ ਟਾਈਪ ਆਫ ਇਕਵਿਪਮੈਂਟਸ ਯੂਜ਼ ਕਰਦੇ ਹਾਂ, ਫਰਟੀਲਾਈਜ਼ਰਸ ਯੂਜ਼ ਕਰਦੇ हैं, लेबर यूज़ करते हैं, रे यूज़ करते हैं, ठीक है, अब स्प्रे यूज़ करते हैं, तो ਉਹਦੇ ਨਾਲ ਆਪਣੀ ਜਿਹੜੀ ਪ੍ਰੋਡਕਸ਼ਨ ਹੈ ਇਨਕਰੀਜ਼ ਹੁੰਦੀ ਹੈ। ਜਿਵੇਂ ਜਿਵੇਂ ਪ੍ਰੋਡਕਸ਼ਨ ਇਨਕਰੀਜ਼ ਹੁੰਦੀ ਜਾਏਗੀ, ਆਪਣਾ ਜਿਹੜਾ ਰੈਂਟ ਦਾ ਵੀ ਕੀ ਹੁੰਦਾ ਜਾਏਗਾ, ਰਾਈਜ਼ ਹੁੰਦਾ ਜਾਏਗਾ। ਹਾਂ, ਤੁਸੀਂ ਉੱਪਰ ਵਾਲੀ ਡਾਇਗਰਾਮਸ ਦੇ ਵਿੱਚ ਫਰਸਟ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ, ਉਹ ਐਕਸ ਅਕਸ਼ ਤੇ ਡੋਜ਼ ਆਫ ਲੇਬਰ ਐਂਡ ਕੈਪੀਟਲ ਦਿਖਾਈਆਂ ਹੋਈਆਂ ਨੇ, ਜੋ ਕਿ ਆ ਜਿਹੜਾ ਡੋਜ਼ ਹੈ ਲੇਬਰ ਤੇ ਕੈਪੀਟਲ ਦਾ ਉਹ ਇਨਕਰੀਜ਼ ਹੁੰਦਾ ਜਾਂਦਾ ਹੈ, ਤੇ ਉਹ ਵਾਈ ਤੇ ਪ੍ਰੋਡਕਸ਼ਨ ਦਿਖਾਈ ਹੋਈ ਆ। ਇਸ ਤੇ ਦਿਖਾਇਆ ਹੈ ਕਿ ਇਨਸੈਂਟਿਵਸ ਯੂਜ਼ ਕਰਦੇ ਹਾਂ ਆਪਾਂ ਲੈਂਡ ਦੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨ ਦੇ ਲਈ, ਹੌਲੀ ਹੌਲੀ, ਠੀਕ ਹੈ। ਤਾਂ ਫਸਟ ਤੇ ਦਿਖਾਇਆ ਹੈ ਕਿ ਜਦੋਂ ਆਪਾਂ ਫਸਟ ਡੋਜ਼ ਆਫ ਲੇਬਰ ਐਂਡ ਕੈਪੀਟਲ ਲੈ ਰਹੇ ਹਾਂ, ਤਾਂ ਆਪਣੀ ਜਿਹੜੀ ਪ੍ਰੋਡਕਸ਼ਨ ਹੈ ਉਹ ਕਿੰਨੀ ਹੋ ਰਹੀ ਹੈ, 8 ਹੋ ਰਹੀ ਹੈ। ਜਦੋਂ ਸੈਕੰਡ ਡੋਜ਼ ਆਫ ਲੇਬਰ ਐਂਡ ਕੈਪੀਟਲ ਲੈ ਰਹੇ ਹਾਂ, ਪ੍ਰੋਡਕਸ਼ਨ ਹੋ ਰਹੀ ਹੈ ਪੋਜ਼ਿਟਿਵ ਹੈ ਲੇਕਿਨ 6, ਥਰਡ ਡੋਜ਼ ਲੈ ਰਹੇ ਹਾਂ, ਫੋਰਥ ਡੋਜ਼ ਲੈ ਰਹੇ ਹਾਂ 2। ਇਹਨਾਂ ਨੇ ਦਿਖਾਇਆ ਕਿ ਜਿਵੇਂ ਜਿਵੇਂ ਅਸੀਂ ਆਪਣੀ ਫਿਕਸਡ ਲੈਂਡ ਤੇ ਜਿਹੜੇ ਲੇਬਰ ਆਫ ਡੋਜ਼ ਤੇ ਕੈਪੀਟਲ ਵੇਰੀਏਬਲਸ ਫੈਕਟਰ ਨੂੰ ਜਿਵੇਂ ਜਿਵੇਂ ਇਨਕਰੀਜ਼ ਕਰਦੇ ਜਾਂਦੇ ਆ, ਤਾਂ ਆਪਣਾ ਜਿਹੜਾ ਸਰਪਲਸ ਹੈ ਉਹ ਡਿਕਰੀਜ਼ ਹੁੰਦਾ ਜਾਂਦਾ ਹੈ, ਪ੍ਰੋਡਕਸ਼ਨ ਡਿਕਰੀਜ਼ ਹੁੰਦੀ ਜਾਂਦੀ ਹੈ। ਤੇ ਜੋ ਵੀ ਕਹਿੰਦੇ, ਜਦੋਂ ਆਪਾਂ ਨੇ ਫੋਰਥ ਡੋਜ਼ ਆਫ ਲੇਬਰ ਐਂਡ ਕੈਪੀਟਲ ਲਗਾਇਆ, ਜਿਵੇਂ ਉੱਤੇ ਦੇਖਿਆ ਸੀ, ਤਾਂ ਆਪਣੀ ਜਿਹੜੀ ਪ੍ਰੋਡਕਸ਼ਨ ਹੈ ਉਹ ਕਿੰਨੀ ਹੈ, ਉਨੀ ਹੈ, जीरो है, मतलब जितनी अपनी कॉस्ट आ रही है उन्नी ही अपनी की प्रोडक्शन है। तब अपना रेंट किया शेडेड एरिया है, जो शेडेड एरिया है क्योंकि वो किया सरप्लस है, वो सानू सरप्लस दिखाया है, ठीक है। इतों तक आप अपनी थर्ड पोजीशन तक अपना अपना लेबर ते कैपिटल यूज़ करेंगे, फोर्थ ते नहीं लेके जावांगे तो ये थ्रू फर्टिलिटी प्रोडक्शन इंक्रीज नहीं होएगी, ठीक है। तो जो सरप्लस होएगा अपना, तो वो की होंदा अपना ਰੈਂਟ ਹੁੰਦਾ ਹੈ, ਜੋ ਕਾਸਟ ਤੋਂ ਜ਼ਿਆਦਾ। ਤਾਂ ਇਸ ਤੇ ਦਿਖਾਇਆ ਹੈ ਕਿ ਹਰ ਇੱਕ ਜਿਹੜਾ ਡੋਜ਼ ਹੈ ਲੇਬਰ ਐਂਡ ਕੈਪੀਟਲ ਦਾ, ਉਸ ਤੇ ਕਾਸਟ 2 ਆ ਰਹੀ ਹੈ, ਤਾਂ 2 ਤੋਂ ਅਬਵ ਫਸਟ ਸੈਕਿੰਡ ਐਂਡ ਥਰਡ ਜਦੋਂ ਲੇਬਰ ਅਸੀਂ ਕੈਪੀਟਲ ਯੂਜ਼ ਕਰਦੇ ਹਾਂ, ਉਸ ਤੋਂ ਜ਼ਿਆਦਾ ਹੀ ਆਪਣੀ ਫਰਟੀਲਿਟੀ ਹੈ, ਪ੍ਰੋਡਕਸ਼ਨ ਹੈ। ਅਗਰ ਆਪਾਂ ਫੋਰਥ ਲੇਬਰ ਯੂਜ਼ ਕਰਦੇ ਹਾਂ ਤਾਂ ਉਹਦੇ ਇਕੁਅਲ ਹੈ 2, ਠੀਕ ਹੈ। ਤਾਂ ਇੱਥੇ ਕੋਈ ਵੀ ਸਰਪਲਸ ਰੈਂਟ ਰਾਈਜ਼ ਨਹੀਂ ਹੋਏਗਾ ਜਦੋਂ ਫੋਰਥ ਡੋਜ਼ ਆਫ ਲੇਬਰ ਐਂਡ ਕੈਪੀਟਲ ਯੂਜ਼ ਕਰਦੇ ਹਾਂ। ਅਗਰ ਉਸ ਤੋਂ ਨੀਚੇ ਜਾਵਾਂਗੇ, ਫਿਰ ਫਿਫਥ ਯੂਜ਼ ਕਰਾਂਗੇ, ਤਦ ਆਪਾਂ ਨੂੰ ਲਾਸ ਹੋਣਾ ਸਟਾਰਟ ਹੋ ਜਾਏਗਾ, ਠੀਕ ਹੈ। ਉਸ ਤੋਂ ਬਾਅਦ ਸੈਕੰਡ ਆਈਟਮਸ ਦੇ ਵਿੱਚ ਦੇਖ ਸਕਦੇ, ਕਿਉਂਕਿ ਇੱਥੇ ਕੀ ਆ, ਡਿਮਿਨਿਸ਼ਿੰਗ ਲਾ ਆਫ ਡਿਮਿਨਿਸ਼ਿੰਗ ਰਿਟਰਨ ਸਪਲਾਈ ਹੋ ਰਿਹਾ। ਲਾ ਆਫ ਡਿਮਿਨਿਸ਼ਿੰਗ ਰਿਟਰਨਸ ਐਂਡ ਇਨਕਰੀਜ਼ਿੰਗ ਕਾਸਟ ਦਾ ਮਤਲਬ ਹੈ ਕਿ ਜਿਵੇਂ ਜਿਵੇਂ ਅਸੀਂ ਆਪਣੀ ਲੈਂਡ ਤੇ ਇੰਟੈਂਸਿਵ ਕਲਟੀਵੇਸ਼ਨ ਕਰਨੀ ਸਟਾਰਟ ਕਰਦੇ ਹਾਂ, ਤਾਂ ਉਹਦੀ ਜਿਹੜੀ ਫਰਟੀਲਿਟੀ ਉਹਦੀ ਕਿਤੇ ਨਾ ਕਿਤੇ ਘਟਦੀ ਜਾਂਦੀ ਹੈ, ਠੀਕ ਹੈ। ਤਾਂ ਉਹਦੀ ਪ੍ਰੋਡਕਸ਼ਨ ਐਨੀ ਨਹੀਂ ਹੋ ਪਾਉਂਦੀ ਹੈ ਰੈਗੂਲਰ, ਠੀਕ ਹੈ। ਤਦ ਕੀ ਹੁੰਦਾ, ਲਾ ਆਫ ਡਿਮਿਨਿਸ਼ਿੰਗ ਰਿਟਰਨ ਹੋਣੇ ਸਟਾਰਟ ਹੋਣ ਲੱਗ ਜਾਂਦੇ, ਮਤਲਬ ਕਾਸਟ ਵਧਣੀ ਸਟਾਰਟ ਹੁੰਦੇ, ਰਿਟਰਨ ਘਟਣੇ ਸਟਾਰਟ। ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ, ਸੈਕਿੰਡ ਦੇ ਵਿੱਚ ਉਹ ਐਕਸ ਅਕਸ਼ ਤੇ ਯੂਨਿਟਸ ਆਫ ਲੇਬਰ ਐਂਡ ਕੈਪੀਟਲ ਦਿਖਾਏ ਹੋਏ ਨੇ, ਉਹ ਵਾਈ ਤੇ ਕਾਸਟ ਐਂਡ ਪ੍ਰੋਡਕਸ਼ਨ ਦਿਖਾਈ ਹੋਈ ਹੈ। ਤੇ ਜਿਹੜੀ ਆਪਣੀ ਡਬਲਯੂ ਕਰਵ ਹੈ, ਇਹ ਲੇਬਰ ਦੀ ਵੇਜਿਸ ਕਰਵ ਹੈ। ਤੇ ਜਿਹੜੀ ਆਪਣੀ MRP ਕਰਵ, P1 ਕਰਵ ਹੈ, ਇਹ ਕੀ ਹੈ, ਮਾਰਜਨਲ ਰੈਵਨਿਊ ਪ੍ਰੋਡਕਸ਼ਨ ਦਿਖਾਈ ਹੋਈ ਹੈ, ਠੀਕ ਹੈ। ਪਹਿਲਾ ਕੀ ਹੈ, ਜੋ ਲੇਬਰ ਐਂਡ ਕੈਪੀਟਲ ਇਨਕਰੀਜ਼ ਕਰਨ ਦੇ ਨਾਲ ਇਨਕਰੀਜ਼ ਹੋ ਰਹੀ ਆ, ਲੇਕਿਨ ਉਹ ਤੇ MRP ਹੈ ਜਿਹੜੀ ਆਪਣੀ, ਉਹ ਡਬਲਯੂ ਵੇਜਿਸ ਲੇਬਰ ਕਰਵ ਨੂੰ E ਪੁਆਇੰਟ ਤੇ ਕੱਟ ਕਰ ਰਹੀ ਹੈ। MRP1 ਤਾਂ E ਪੁਆਇੰਟ ਤੇ ਕੀ ਹੈ, ਇਕੁਇਲਿਬ੍ਰੀਅਮ ਪੁਆਇੰਟ ਹੈ। ਪਹਿਲਾ ਮਾਰਜਨਲ ਰੈਵਨਿਊ ਕੀ ਆਪਣਾ ਵੇਜਿਸ ਨਾਲੋਂ ਜ਼ਿਆਦਾ ਹੋ ਰਿਹਾ, ਜਿਵੇਂ ਜਿਵੇਂ ਲੇਬਰ ਤੇ ਕੈਪੀਟਲ ਇਨਕਰੀਜ਼ ਕਰ ਰਿਹਾ। ਫਿਰ ਉਸ ਤੋਂ ਬਾਅਦ E ਪੁਆਇੰਟ ਤੋਂ ਬਾਅਦ ਆਪਣਾ ਕੱਟਣਾ ਸਟਾਰਟ ਹੋ ਗਿਆ ਵੇਜਿਸ ਤੋਂ MRP। ਤਦ ਆਪਾਂ ਕੀ ਕਰ ਰਹੇ ਹਾਂ, E ਪੁਆਇੰਟ ਤੇ ਇਕੁਇਲਿਬ੍ਰੀਅਮ ਹੈ, ਉਹ N ਆਪਾਂ ਪ੍ਰੋਡਕਸ਼ਨ ਕਰ ਰਹੇ ਹਾਂ, ਤੇ OW ਆਪਾਂ ਵੇਜਿਸ ਦੇ ਰਹੇ ਹਾਂ। MRP ਮਾਰਜਨਲ ਰੈਵਨਿਊ ਪ੍ਰੋਡਕਸ਼ਨ ਹੈ। ਤੇ ਉਸ ਤੋਂ ਬਾਅਦ ਕੀ ਕੀਤਾ ਆਪਾਂ ਨੇ, ARP ਐਵਰੇਜ ਰੈਵਨਿਊ ਪ੍ਰੋਡਕਸ਼ਨ ਹੈ, ਜੋ ਵੀ E ਪੁਆਇੰਟ ਤੇ ਕੀ ਹੋ ਰਿਹਾ, ਘੱਟ ਹੋ ਰਿਹਾ ਹੈ। ਤੇ ਉਸ ਤੋਂ ਬਾਅਦ ਕੀ ਕੀਤਾ ਆਪਾਂ ਨੇ, ਆਪਣੀ ਪ੍ਰੋਡਕਸ਼ਨ ਅਗਰ ਹੋਰ ਇਨਕਰੀਜ਼ ਕਰਾਂਗੇ, ਯੂਨਿਟਸ ਆਫ ਲੇਬਰ ਐਂਡ ਕੈਪੀਟਲ ਹੋਰ ਇਨਕਰੀਜ਼ ਕਰਾਂਗੇ, ਤਾਂ ਮਾਰਜਨਲ ਰੈਵਨਿਊ ਜਿਹੜੀ ਕਰਵ ਹੈ ਉਹ ਨਿਊ ਕਰਵ ਬਣ ਜਾਏਗੀ MRP2, ਤਾਂ ਨਿਊ ਇਕੁਇਲਿਬ੍ਰੀਅਮ ਬਣੇਗਾ, ਠੀਕ ਹੈ। ਤਦ ਹੁਣ ਕੀ ਆਪਣਾ ਜੋ ਹੈ ਡਬਲਯੂ ਵੇਜਿਸ ਨੇ, ਕਾਸਟ ਹੈ ਆਪਣੀ, ਤਾਂ ਉਸ ਤੋਂ ਉੱਪਰ ਆਪਣੀ MRP ਹੈ, ਆਪਾਂ ਆਪਣੀ ਲੇਬਰ ਨੂੰ ਇਨਕਰੀਜ਼ ਉਹ N ਤੱਕ ਕਰਾਂਗੇ ਜਿੱਥੇ ਆਪਣਾ ਮਾਰਜਨਲ ਰੈਵਨਿਊ ਕੀ ਆ, ਇਨਕਰੀਜ਼ ਹੋ ਰਿਹਾ। ਤਾਂ ਜਿਹੜਾ ਆਪਣਾ ਉਹ ਪਹਿਲਾਂ ਆਪਣਾ ਜਿਹੜਾ ਰੈਂਟ ਸੀਗਾ ਉਹ ਕਿੰਨਾ ਸੀਗਾ, ਹੁਣ अपना रेंट कितना है, OREN अपना जो है प्रोडक्शन है,
ਐਂਡ ਡਬਲ O ਡਬਲ ਯੂ E1 N ਕੀ ਹੈ ਆਪਣੀ ਕਾਸਟ ਹੈ, ਤਦ ਆਪਾਂ OR E1 N ਦੇ ਵਿੱਚੋਂ O ਡਬਲ ਯੂ E1 N ਮਾਈਨਸ ਕਰਾਂਗੇ, ਆਪਣੇ ਕੋਲ ਕੀ ਬਚ ਗਿਆ RE1 ਡਬਲ ਯੂ। ਠੀਕ ਹੈ, ਦਿਸ ਇਜ਼ ਅ ਰੈਂਟ। ਤਾਂ ਇਹਨੂੰ ਆਪਾਂ ਕੀ ਬੋਲ ਸਕਦੇ ਕਿ ਆਪਣੇ ਕੋਲ ਰੈਂਟ ਕੀ ਹੈ, ਸਰਪਲਸ ਹੈ, ਰੈਂਟ ਹੈ ਜੋ ਜ਼ਿਆਦਾ ਲੇਬਰ ਤੇ ਕੈਪੀਟਲ ਯੂਜ਼ ਕਰਨ ਦੇ ਨਾਲ ਹੋਇਆ, ਕਿਉਂਕਿ ਮਾਰਜਨਲ ਰੈਵਨਿਊ ਕਰਵ ਆਪਣੀ ਉੱਪਰ ਚੱਲੇਗੀ ਤਦ ਇਹ ਆਪਣਾ ਰੈਂਟ ਰਾਈਜ਼ ਹੋਇਆ ਸਰਪਲਸ ਦੇ ਕਰਕੇ, ਕਿਉਂਕਿ ਆਪਣੇ ਪ੍ਰੋਡਕਸ਼ਨ ਇਨਕਰੀਜ਼ ਕੀਤਾ ਹੈ ਵਿਦ ਦ ਹੈਲਪ ਆਫ ਲੇਬਰ ਐਂਡ ਕੈਪੀਟਲ। then rent in extensive cultivation and rent in intensive cultivation। extensive ਦੇ ਵਿੱਚ ਕਹਿੰਦੇ ਰਿਕਾਰਡੋ ਕੀ ਬੋਲਦੇ ਨੇ ਕਿ ਜਿਹੜਾ ਰੈਂਟ ਹੈ ਇਹ ਲੈਂਡ ਦੀ ਫਰਟੀਲਿਟੀ ਤੇ ਡਿਪੈਂਡ ਕਰਦਾ ਹੈ, ਕਿ ਫਰਟੀਲਿਟੀ ਕਿਉਂਕਿ ਡਿਫਰੈਂਟ ਟਾਈਪਸ ਆਫ ਲੈਂਡ ਹੁੰਦੀ ਹੈ, A B C D ਗ੍ਰੇਡ ਲੈਂਡ। ਜਿੰਨੀ ਸੁਪੀਰੀਅਰ ਲੈਂਡ ਟਾਈਪ ਆਫ ਲੈਂਡ ਹੋਏਗੀ, ਜਿੰਨੀ ਪ੍ਰੋਡਕਸ਼ਨ ਤੇ ਫਰਟੀਲਿਟੀ ਜਿਸ ਲੈਂਡ ਦੀ ਜ਼ਿਆਦਾ ਹੋਏਗੀ ਉਹਨਾਂ ਉਸਦਾ ਰੈਂਟ ਵੀ ਕੀ ਹੋਏਗਾ, ਜ਼ਿਆਦਾ ਹੋਏਗਾ, ਕਿਉਂਕਿ ਮੋਰ ਯੂਜ਼ਫੁਲ ਲੈਂਡ ਹੋਏਗੀ। ਠੀਕ ਹੈ, A B C D, A B ਦੇ ਨਾਲੋਂ B C ਦੇ ਨਾਲੋਂ C D ਦੇ ਨਾਲੋਂ D ਇਨਫੀਰੀਅਰ ਲੈਂਡ ਉਹਨੂੰ ਕੋਈ ਵੀ ਯੂਜ਼ ਕਰਨਾ ਨਹੀਂ ਚਾਹੇਗਾ, ਉਹਦਾ ਰੈਂਟ ਵੀ ਕੀ ਹੋਏਗਾ, ਘੱਟ ਹੋਏਗਾ, ਨੋ ਰੈਂਟ ਹੋਏਗਾ। ਐਂਡ ਰੈਂਟ ਇਨ ਇੰਟੈਂਸਿਵ ਕਲਟੀਵੇਸ਼ਨ ਕਿ ਜਿਵੇਂ ਜਿਵੇਂ ਆਪਾਂ ਫਿਕਸਡ ਲੈਂਡ ਤੇ ਆਪਣੇ ਜਿਹੜੇ ਰਿਸੋਰਸਿਸ ਨੇ, ਇਕਵਿਪਮੈਂਟਸ ਨੇ, ਲੇਬਰ ਹੈ, ਕੈਪੀਟਲ ਹੈ ਯੂਜ਼ ਕਰਦੇ ਜਾਵਾਂਗੇ, ਆਪਣੀ ਜਿਹੜੀ ਪ੍ਰੋਡਕਸ਼ਨ ਹੈ ਉਹ ਵੀ ਕੀ ਹੁੰਦੀ ਜਾਏਗੀ, ਇਨਕਰੀਜ਼ ਹੁੰਦੀ ਜਾਏਗੀ, ਸਰਪਲਸ ਇਨਕਰੀਜ਼ ਹੁੰਦਾ ਜਾਏਗਾ। ਜਿੰਨਾ ਸਰਪਲਸ ਇਨਕਰੀਜ਼ ਹੋਏਗਾ ਰੈਂਟ ਵੀ ਉਨਾ ਹੀ ਕੀ ਹੋਏਗਾ, ਰਾਈਜ਼ ਹੋਏਗਾ। ਇਹ ਟੂ ਆਪਣੇ ਜਿਹੜੇ ਮੈਥਡ ਨੇ ਜਿਹਨੂੰ ਰਿਕਾਰਡੋ ਨੇ ਯੂਜ਼ ਕੀਤਾ ਹੈ। ਤਾਂ ਇਹਦੇ ਡਰਾਬੈਕਸ ਕੀ ਨੇ, ਡਰਾਬੈਕਸ ਔਰ ਕ੍ਰਿਟਿਸਿਜ਼ਮ ਆਫ ਰਿਕਾਰਡੀਅਨ ਥਿਊਰੀ ਆਫ ਰੈਂਟ। ਸਭ ਤੋਂ ਪਹਿਲਾਂ ਫਰਟੀਲਿਟੀ ਆਫ ਸੋਇਲ ਇਜ਼ ਨਾਈਦਰ ਓਰੀਜਨਲ ਔਰ ਇਨਡਿਸਟਰਕਟੇਬਲ। ਉਹਨਾਂ ਨੇ ਬੋਲਿਆ ਕਿ ਫਰਟੀਲਿਟੀ ਹੈ ਜਿਹੜੀ ਲੈਂਡ ਦੀ ਉਹ ਓਰੀਜਨਲ ਨਹੀਂ ਹੁੰਦੀ, ਉਹਨੂੰ ਇਨਕਰੀਜ਼ ਡਿਕਰੀਜ਼ ਕੀਤਾ ਜਾ ਸਕਦਾ ਹੈ, ਤੇ ਇਨਡਿਸਟਰਕਟੇਬਲ ਜੋ ਬੋਲਿਆ ਇਹ ਕਹਿੰਦੇ ਗਲਤ ਹੈ, ਨਾ ਤਾਂ ਓਰੀਜਨਲ ਹੁੰਦੀ ਹੈ ਨਾ ਇਨਡਿਸਟਰਕਟੇਬਲ ਹੁੰਦੀ ਹੈ। ਹਿਸਟੋਰੀਕਲੀ ਰੌਂਗ, ਜਿਹੜੀ ਉਹਨਾਂ ਨੇ ਆਪਣੀ ਅਜ਼ੰਪਸ਼ਨਸ ਲਿੱਤੀ ਹੈ ਕਿ ਲੈਂਡ ਦੀ ਫਰਟੀਲਿਟੀ ਦੇ ਅਕੋਰਡਿੰਗ ਆਪਣਾ ਜੋ ਹੈ ਰੈਂਟ ਰਾਈਜ਼ ਹੁੰਦਾ ਹੈ, ਹਿਸਟੋਰੀਕਲੀ ਰੌਂਗ ਹੈ। ਹਰ ਇੱਕ ਲੈਂਡ ਦਾ ਰੈਂਟ ਕੁਛ ਨਾ ਕੁਛ ਹੁੰਦਾ ਹੀ ਹੈ, ਜ਼ੀਰੋ ਰੈਂਟ ਕਿਸੇ ਵੀ ਲੈਂਡ ਦਾ ਨਹੀਂ ਹੋਏਗਾ। ਮਾਰਜਨਲ ਔਰ ਨੋ ਰੈਂਟ ਲੈਂਡ, ਜਿਵੇਂ ਕਿ ਉਹਨਾਂ ਨੇ ਡੀ ਟਾਈਪ ਆਫ ਰੈਂਟ ਬੋਲਿਆ ਕਿ ਡੀ ਦਾ ਨੋ ਰੈਂਟ ਆ, ਲੇਕਿਨ ਤੁਸੀਂ ਪ੍ਰੈਜ਼ੈਂਟ ਟਾਈਮ ਦੇ ਵਿੱਚ ਦੇਖ ਸਕਦੇ ਹੋ ਕਿ ਕਿਤੇ ਵੀ ਤੁਸੀਂ ਲੈਂਡ ਲੈ ਲਓ ਉਹਦਾ ਕੁਛ ਨਾ ਕੁਛ ਰੈਂਟ ਹੈ, ਰੈਂਟ ਜਿਹੜੀ ਆਪਣੀ ਲੈਂਡ ਹੈ ਕਿਤੇ ਵੀ ਸਾਨੂੰ ਮੁਫਤ ਦੇ ਵਿੱਚ ਨਹੀਂ ਮਿਲੇਗੀ। ਐਂਡ ਰੈਂਟ ਇਜ਼ ਨਾਟ ਡਿਊ ਟੂ ਫਰਟੀਲਿਟੀ ਬਟ ਡਿਊ ਟੂ ਸਕਾਰਸਿਟੀ। ਕਹਿੰਦੇ ਜਿਹੜਾ ਰੈਂਟ ਦਾ ਲੈਂਡ ਦਾ ਰੈਂਟ ਰਾਈਜ਼ ਹੁੰਦਾ ਇਹਦਾ ਮੇਨ ਰੀਜ਼ਨ ਫਰਟੀਲਿਟੀ ਨਹੀਂ ਹੈਗਾ, ਇਹਦਾ ਸਕਾਰਸਿਟੀ ਹੈ, ਕਿਉਂਕਿ ਲੈਂਡ ਹੈ ਹੀ ਨਹੀਂ, ਲੈਂਡ ਦੀ ਸਪਲਾਈ ਕਾਂਸਟੈਂਟ ਹੈ, ਲੈਂਡ ਦੀ ਡਿਮਾਂਡ ਜ਼ਿਆਦਾ ਹੈ, ਤਾਂ ਉਹਦੇ ਕਰਕੇ ਸਕਾਰਸਿਟੀ ਕਰਕੇ ਜਿਹੜਾ ਰੈਂਟ ਹੈ ਇਹ ਰਾਈਜ਼ ਹੁੰਦਾ। ਇਸ ਨੂੰ ਵੀ ਗਲਤ ਕਿਹਾ ਗਿਆ ਹੈ। ਰੈਂਟ ਡਸ ਨਾਟ ਐਂਟਰ ਇਨਟੂ ਪ੍ਰਾਈਸ। ਉਹਨਾਂ ਨੇ ਬੋਲਿਆ ਸੀ ਕਿ ਜਿਹੜਾ ਰੈਂਟ ਹੈ ਉਹ ਪ੍ਰਾਈਸ ਦੇ ਵਿੱਚ ਐਡ ਹੁੰਦਾ ਹੈ, ਪ੍ਰਾਈਸ ਦੇ ਵਿੱਚੋਂ ਕਾਸਟ ਕੱਟਾਂਗੇ ਤਾਂ ਰੈਂਟ ਬਚ ਜਾਏਗਾ, ਨਹੀਂ, ਲੇਕਿਨ ਰੈਂਟ ਪ੍ਰਾਈਸ ਦੇ ਵਿੱਚ ਐਡ ਨਹੀਂ ਹੁੰਦਾ ਹੈਗਾ, ਰੈਂਟ ਪ੍ਰਾਈਸ ਤੋਂ ਅਲੱਗ ਹੁੰਦਾ ਹੈ। ਐਂਡ ਰੈਂਟ ਇਜ਼ ਨਾਟ ਪੇਡ ਓਨਲੀ ਫॉर ਲੈਂਡ। ਕਹਿੰਦੇ ਲੈਂਡ ਦੇ ਲਈ ਸਿਰਫ ਰੈਂਟ ਪੇ ਨਹੀਂ ਕੀਤਾ ਜਾਂਦਾ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਲੈਂਡ ਦੇ ਨਾਲ ਨਾਲ ਉਹਦੇ ਜਿਹੜੇ ਇਕਵਿਪਮੈਂਟਸ ਹੁੰਦੇ ਨੇ ਜਿਹਦੇ ਉੱਤੇ ਕੈਪੀਟਲ ਇਨਵੈਸਟਮੈਂਟ ਕੀਤੀ ਗਈ ਹੈ, ਐਂਡ ਫਿਰ ਉਸ ਤੋਂ ਹਾਊਸ ਹੋ ਗਿਆ, ਫਰਨੀਚਰ ਹੋ ਗਿਆ, ਕਰੋਕਰੀ ਹੋ ਗਿਆ, ਟੈਂਟ ਹੋ ਗਿਆ, ਕਹਿੰਦੇ ਕਿਸੇ ਵੀ ਚੀਜ਼ ਦਾ ਲੈਂਡ ਹੋ ਸਕਦਾ ਹੈ, ਰੈਂਟ ਹੋ ਸਕਦਾ ਹੈ। ਇਟ ਡਸ ਨਾਟ ਥਰੋ ਪ੍ਰੋਪਰ ਲਾਈਟ ਔਨ ਡਿਟਰਮੀਨੇਸ਼ਨ ਆਫ ਰੈਂਟ। ਇਹਨਾਂ ਨੇ ਜਿਹੜੀ ਰੈਂਟ ਰਾਈਜ਼ ਕਰਨ ਦੀ ਪ੍ਰੋਪਰ ਥਿਊਰੀ ਆ ਉਹਨੂੰ ਉਹਦੀ ਡਿਟਰਮੀਨੇਸ਼ਨ ਨਹੀਂ ਦੱਸੀ, ਪ੍ਰੋਪਰ ਥਿਊਰੀ ਨਹੀਂ ਦਿੱਤੀ ਹੈਗੀ ਆਪਣੀ ਰੈਂਟ ਦੀ ਕਿ ਰੈਂਟ ਕਿੱਦਾਂ ਰਾਈਜ਼ ਹੁੰਦਾ ਹੈ। ਡਿਫਿਕਲਟੀ ਇਨ ਮਈਅਰਿੰਗ ਦਾ ਪ੍ਰੋਡਕਟਿਵਿਟੀ ਆਫ ਲੈਂਡ ਡਿਊ ਟੂ ਇਟਸ ਓਰੀਜਨਲ ਫਰਟੀਲਿਟੀ। ਕਹਿੰਦੇ ਇਹਨਾਂ ਨੇ ਬੋਲਿਆ ਕਿ ਲੈਂਡ ਦੀ ਫਰਟੀਲਿਟੀ A B C D ਡਿਫਰੈਂਟ ਹੁੰਦੇ, ਲੇਕਿਨ ਲੈਂਡ ਦੀ ਓਰੀਜਨਲ ਫਰਟੀਲਿਟੀ ਨੂੰ ਆਪਾਂ ਚੈੱਕ ਕਿੱਦਾਂ ਕਰ ਸਕਦੇ ਹਾਂ, ਇਹਨੂੰ ਚੈੱਕ ਕਰਨਾ ਈਜ਼ੀ ਟਾਸਕ ਨਹੀਂ ਹੈਗਾ। ਆਪਾਂ ਹਰ ਇੱਕ ਜੋ ਆਪਣੇ ਕੋਲ ਆਉਂਦਾ ਹੈ ਤਾਂ ਉਹਨੂੰ ਆਪਾਂ ਨਹੀਂ ਦੱਸ ਸਕਦੇ ਕਿ ਹਾਂ ਸਾਡੀ ਮੋਰ ਹੈ ਲੈਸ ਹੈ, ਕੋਈ ਵੀ ਨਹੀਂ ਕਰੇਗਾ ਕਿ ਮੇਰੀ ਜਿਹੜੀ ਲੈਂਡ ਹੈ ਲੈਸ ਫਰਟਾਈਲ। ਐਵਰੀ ਲੈਂਡ ਹੈਜ਼ ਸਮ ਫਰਟੀਲਿਟੀ। ਕਹਿੰਦੇ ਹਰ ਇੱਕ ਲੈਂਡ ਦੇ ਵਿੱਚ ਕੁਛ ਨਾ ਕੁਛ ਤੱਤ ਜ਼ਰੂਰ ਹੁੰਦੇ ਨੇ, ਫਰਟੀਲਿਟੀ ਹੁੰਦੀ ਹੋਈ ਹੈ, ਇੱਦਾਂ ਦੀ ਕੋਈ ਲੈਂਡ ਨਹੀਂ ਜਿਹਦੀ ਜ਼ੀਰੋ ਫਰਟੀਲਿਟੀ। ਅਨਰੀਅਲਿਸਟਿਕ ਅਜ਼ੰਪਸ਼ਨ ਆਫ ਪਰਫੈਕਟ ਕੰਪੀਟੀਸ਼ਨ। ਮਾਰਕੀਟ ਦੇ ਵਿੱਚ ਇਹਨਾਂ ਨੇ ਬੋਲਿਆ ਕਿ ਹਮੇਸ਼ਾ ਹੀ ਪਰਫੈਕਟ ਕੰਪੀਟੀਸ਼ਨ ਹੋਏਗਾ, ਲੇਕਿਨ ਮਾਰਕੀਟ ਦੇ ਵਿੱਚ ਡਿਫਰੈਂਟ ਟਾਈਪਸ ਆਫ ਮਾਰਕੀਟਸ ਹੁੰਦੀਆਂ ਨੇ, ਪਰਫੈਕਟ, ਇਨਪਰਫੈਕਟ, ਮੋਨੋਪੋਲੀ, ਮੋਨੋਪੋਲਿਸਟਿਕ ਐਂਡ ਡਿਊਪੋਲੀ, ਓਲੀਗੋਪੋਲੀ। ਕਹਿੰਦੇ ਇਹ ਅਨਰੀਅਲਿਸਟਿਕ ਅਜ਼ੰਪਸ਼ਨ ਹੈ। ਕ੍ਰਿਟਿਸਿਜ਼ਮ ਆਫ ਲੇਬਰ ਥਿਊਰੀ ਆਫ ਵੈਲਿਊ। ਕਹਿੰਦੇ ਉਹਨਾਂ ਨੇ ਬੋਲਿਆ ਕਿ ਲੇਬਰ ਇਨਕਰੀਜ਼ ਕਰਕੇ ਆਪਾਂ ਸਰਪਲਸ ਇਨਕਰੀਜ਼ ਕਰ ਸਕਦੇ ਹਾਂ, ਲੇਕਿਨ ਲੇਬਰ ਦੀ ਥਿਊਰੀ ਆਫ ਵੈਲਿਊ ਇੱਥੇ ਵਰਕ ਨਹੀਂ ਕਰ ਰਹੀ ਹੈ, ਪ੍ਰੋਪਰ ਸਹੀ ਨਹੀਂ ਹੈ। ਇਨਕੰਪਲੀਟ ਥਿਊਰੀ ਆਫ ਰੈਂਟ। ਉਹਨਾਂ ਨੇ ਪ੍ਰੋਪਰ ਰੈਂਟ ਨੂੰ ਇੱਥੇ ਡਿਸਕ੍ਰਾਈਬ ਨਹੀਂ ਕੀਤਾ ਹੈ, ਇਨਕੰਪਲੀਟ ਥਿਊਰੀ। ਅਲਟਰਨੇਟਿਵ ਯੂਜ਼ਸ ਆਫ ਲੈਂਡ। ਕਹਿੰਦੇ ਇਹਨਾਂ ਨੇ ਬੋਲਿਆ ਸੀ ਕਿ ਲੈਂਡ ਦਾ ਸਿਰਫ ਇੱਕੋ ਯੂਜ਼ ਹੈ, ਲੈਂਡ ਨੂੰ ਆਪਾਂ ਕਿਸੇ ਹੋਰ ਯੂਜ਼ ਲਈ ਨਹੀਂ ਵਰਤ ਸਕਦੇ, ਲੇਕਿਨ ਕਹਿੰਦੇ ਲੈਂਡ ਦੇ ਕਿੰਨੇ ਤੇ ਡਿਫਰੈਂਟ ਯੂਜ਼ ਨੇ, ਕੋਈ ਬਿਲਡਿੰਗ ਬਣਾਉਣ ਦੇ ਲਈ ਲੈ ਰਿਹਾ, ਕੋਈ ਹਾਊਸ ਬਣਾਉਣ ਦੇ ਲਈ ਲੈ ਰਿਹਾ, ਕੋਈ ਸ਼ਾਪ ਬਣਾਉਣ ਦੇ ਲਈ ਲੈ ਰਿਹਾ, ਠੀਕ ਹੈ, ਕੋਈ ਫੋਰੈਸਟ ਦੇ ਲਈ ਲੈ ਰਿਹਾ, ਲੇਕਿਨ ਇਹਨਾਂ ਨੇ ਬੋਲਿਆ ਸਿਰਫ ਨਹੀਂ ਐਗਰੀਕਲਚਰ ਲਈ ਲੈ ਰਿਹਾ।
ਉਸ ਤੋਂ ਬਾਅਦ ਹੈ ਆਪਣਾ ਮਾਡਰਨ ਥਿਊਰੀ ਆਫ ਰੈਂਟ। ਮਾਡਰਨ ਥਿਊਰੀ ਆਫ ਰੈਂਟ ਦੇ ਥਰੂ ਜਿਹੜਾ ਆਪਣਾ ਰੈਂਟ ਹੈ ਉਹ ਕਿਵੇਂ ਰਾਈਜ਼ ਹੁੰਦਾ ਹੈ, ਦਿਸ ਇਜ਼ ਅ ਨਿਊ ਕਲਾਸੀਕਲ ਥਿਊਰੀ ਆਫ ਰੈਂਟ। ਠੀਕ ਹੈ, ਉਹਨਾਂ ਨੇ ਕੀ ਬੋਲਿਆ ਹੈ ਕਿ ਡਿਟਰਮੀਨੇਸ਼ਨ ਆਫ ਰੈਂਟ ਆਫ ਲੈਂਡ ਐਂਡ ਸਕਾਰਸਿਟੀ ਥਿਊਰੀ ਆਫ ਰੈਂਟ, ਕਿ ਰੈਂਟ ਕਿਉਂ ਰਾਈਜ਼ ਹੁੰਦਾ ਹੈ। ਮਾਡਰਨ ਥਿਊਰੀ ਵਿੱਚ ਨਿਊ ਇਕੋਨੋਮਿਸਟ ਨੇ ਬੋਲਿਆ ਹੈ ਕਿ ਰੈਂਟ ਰਾਈਜ਼ ਹੋਣ ਦਾ ਮੇਨ ਰੀਜ਼ਨ ਕੀ ਹੈ, ਸਕਾਰਸਿਟੀ ਹੈ। ਸਕਾਰਸਿਟੀ ਦਾ ਮਤਲਬ ਕਿ ਜਿਹੜੀ ਆਪਣੀ ਲੈਂਡ ਹੈ ਉਹਦੀ ਸਪਲਾਈ ਕੀ ਹੈ, ਘੱਟ ਹੈ, ਲੇਕਿन जी डिमांड है बहुत ज़्यादा है। जिमें जिमें पॉपूलेशन इंक्रीज होती जा रही है, डिमांड इंक्रीज होती जा रही है, लेकिन सप्लाई फिक्सड है, तब ये डिमांड जितनी सप्लाई इंक्रीज नहीं हो रही, तब स्कार्सिटी करके जरा रेंट हो गया डे बाय डे इंक्रीज हो रही। दैन रेंट हैज डिफरेंस बिटवीन एक्चुअल अर्निंग एंड ट्रांसफर अर्निंग। उन्होंने होर बोलिया है कि रेंट का मेन रीजन की है कि एक्चुअल अर्निंग एंड ट्रांसफर अर्निंग ਦੇ ਵਿੱਚ जो डिफरेंस है दैट इज कॉल्ड रेंट। कि बेस्ट अपॉर्चुनिटी एक्चुअल अर्निंग का मतलब जिमें कि मैं हूँ जॉब कर रही हूँ, किसी पीएन की जॉब कर रही हूँ, तो मेरे को 9000 मैनू मिल रहा है। ठीक है, हूँ टाइम के पिछले, लेकिन मैनू हूँ कोई वधिया जॉब मिल गई, कितने मैंने टीचर की जॉब मिल गई, तो मैनू 15000 मिलेगा। तो फिर मैं ट्रांसफर होके कितने 15 से चलेगी, तो 15 माइनस जो अपनी है 9 है, जब 15 माइनस 9 करांगे तो जो अपने को बच जाएगा 6, दिस इज द रैंट। ठीक है, जो एक्सट्रा है तो आप ਉਹਨੂੰ ਰੈਂਟ ਬੋਲ ਸਕਦੇ। ਐਕਚੁਅਲ ਦੇ ਵਿੱਚ ਮੈਂ ਹੁਣ 15 ਲੈ ਰਹੀ ਹਾਂ, ਲੇਕਿਨ ਟ੍ਰਾਂਸਫਰ ਮੈਂ ਕਿੱਥੋਂ ਕੀਤਾ, 9 ਤੋਂ ਕੀਤਾ, ਤਾਂ ਐਕਚੁਅਲ ਮੇਰੀ ਅਰਨਿੰਗ ਹੁੰਦੀ ਹੋਗੀ 15000 ਤੇ ਪਹਿਲਾਂ ਵਾਲੀ 9000, ਜੋ ਮਾਈਨਸ ਕਰਾਂਗੇ ਤਾਂ ਜੋ ਮੇਰੇ ਕੋਲ ਬਚ ਜਾਏਗਾ दैट इज कॉल्ड ਰੈਂਟ। ਇਹ अपॉर्चुनिटी कॉस्ट हुआ ਤੇ ਰੈਂਟ अपॉर्चुनिटी कॉस्ट ਕਰਕੇ ਕੀ ਹੋ ਰਿਹਾ, ਇਨਕਰੀਜ਼ ਹੋ ਰਿਹਾ। रेंट when supply of a factory is perfectly elastic। ਤੇ ਰੈਂਟ ਫਸਟਲੀ ਉੱਥੇ ਰਾਈਜ਼ ਹੋਏਗਾ ਮਾਡਰਨ ਇਕੋਨੋਮਿਕਸ ਦੇ ਥਰੂ, ਜਿੱਥੇ ਕਹਿੰਦੇ ਲੈਂਡ ਦੀ ਸਪਲਾਈ ਤੇ ਡਿਮਾਂਡ ਇਕੁਅਲ ਹੋਏਗੀ, ਰੈਂਟ ਉੱਥੇ ਕੀ ਹੋਏਗਾ, ਫਿਕਸ ਹੋਏਗਾ। ਤੇ ਉਸ ਤੋਂ ਬਾਅਦ ਜਦੋਂ ਆਪਣੀ ਡਿਮਾਂਡ ਚੇਂਜ ਹੋ ਰਹੀ ਹੈ ਲੇਕਿਨ ਸਪਲਾਈ ਆਪਣੀ ਫਿਕਸ ਹੈ, ਜਾਂ ਆਪਣੀ ਸਪਲਾਈ ਪਰਫੈਕਟਲੀ ਇਲਾਸਟਿਕ ਇਨ ਇਲਾਸਟਿਕ ਹੈ, ਲੈਸ ਇਲਾਸਟਿਕ ਹੈ, ਤਾਂ ਉਹਦਾ ਰੈਂਟ ਤੇ ਕੀ ਇਫੈਕਟ ਪਏਗਾ, ਇਹ ਮਾਡਰਨ ਇਕੋਨੋਮਿਸਟ ਆਪਾਂ ਨੂੰ ਦੱਸ ਰਹੇ ਨੇ। ਤਾਂ ਰੈਂਟ ਦੇ ਥਰੂ ਕਹਿੰਦੇ ਐਕਚੁਅਲ ਅਰਨਿੰਗ ਐਂਡ ਟ੍ਰਾਂਸਫਰ ਅਰਨਿੰਗ ਦੇ ਵਿੱਚ ਡਿਫਰੈਂਸ ਹੁੰਦਾ, ਰੈਂਟ ਇਸ ਕਰਕੇ ਰਾਈਜ਼ ਹੁੰਦਾ ਜਿਵੇਂ ਕਿ ਤੁਸੀਂ ਪਰਫੈਕਟਲੀ ਇਲਾਸਟਿਕ ਸਪਲਾਈ ਬੋਲ ਸਕਦੇ ਹੋ। ਪਰਫੈਕਟਲੀ ਇਲਾਸਟਿਕ ਸਪਲਾਈ ਜਿਹਦੇ ਵਿੱਚ ਕਹਿੰਦੇ ਆਪਾਂ ਸਪਲਾਈ ਨੂੰ, ਜਿਹੜੀ ਲੈਂਡ ਦੀ ਸਪਲਾਈ ਹੈ, ਜੇਕਰ ਆਪਾਂ ਉਹਨੂੰ ਡਿਕਰੀਜ਼ ਵੀ ਕਰ ਸਕਦੇ, ਇਨਕਰੀਜ਼ ਵੀ ਕਰ ਸਕਦੇ ਹਾਂ। ਠੀਕ ਹੈ, ਸਪਲਾਈ ਇਨਫਿਨਿਟੀ ਹੈ, ਬਹੁਤ ਜ਼ਿਆਦਾ ਹੈ, ਤਾਂ ਫਿਰ ਕਹਿੰਦੇ ਕੀ ਹੋਏਗਾ, डिमांड फॉर लैंड इंक्रीज हो रही है 10, 15, 20 एंड सप्लाई ऑफ लैंड भी 10, 15, 20, एक्चुअल अर्निंग 10, 10, 10 एंड ट्रांसफर अर्निंग 10, 10, 10। ਇੱਥੇ ਕਹਿੰਦੇ ਸਾਨੂੰ ਲੋੜ ਹੀ ਨਹੀਂ ਹੈਗੀ, ਕਿਉਂਕਿ ਸਾਡੀ ਜਿੰਨੀ ਡਿਮਾਂਡ ਹੈ ਲੈਂਡ ਦੀ ਉਨੀ ਸਾਡੀ ਸਪਲਾਈ ਹੈ, ਜਿੰਨੀ ਕਿ ਆਪਣੀ ਡਿਮਾਂਡ ਹੈ ਆਪਾਂ ਸਪਲਾਈ ਨੂੰ ਉਨਾ ਹੀ ਇਨਕਰੀਜ਼ ਕਰ ਸਕਦੇ ਹਾਂ ਅਗਰ ਪਰਫੈਕਟਲੀ ਇਲਾਸਟਿਕ ਹੈ। ਉਹਨਾਂ ਨੇ ਬੋਲਿਆ ਕਿ ਅਗਰ ਆਪਾਂ ਸਪਲਾਈ ਨੂੰ ਇਨਕਰੀਜ਼ ਕਰ ਸਕਦੇ ਹਾਂ ਡਿਮਾਂਡ ਜਿੰਨੀ, ਤਾਂ ਫਿਰ ਇੱਥੇ ਨੋ ਰੈਂਟ ਰਾਈਜ਼ ਹੋਏਗਾ, ਕਿਉਂਕਿ ਐਕਚੁਅਲ ਅਰਨਿੰਗ ਮੈਂ ਕਿਸੇ ਵਧੀਆ ਲੈਂਡ ਜਾਂ ਘਟੀਆ ਲੈਂਡ, ਕੋਈ ਇਸ ਤਰ੍ਹਾਂ ਦੀ ਲੈਂਡ ਨਹੀਂ ਹੈਗੀ, ਤਾਂ ਜਿੰਨੀ ਮੇਰੀ ਐਕਚੁਅਲ ਅਰਨਿੰਗ ਆ ਉਨੀ ਮੇਰੀ ਟ੍ਰਾਂਸਫਰ ਅਰਨਿੰਗ ਹੋਏਗੀ, ਤਾਂ ਇਕੁਅਲ 10, 10, 10, 10 ਹੋਏਗੀ, ਤਾਂ ਮੇਰੀ ਜੋ ਰੈਂਟ ਹੈ ਮੇਰਾ 0 ਹੋਏਗਾ। ਜਿਵੇਂ ਕਿ ਡਿਮਾਂਡ ਫॉर ਲੇਬਰ 10 ਐਂਡ ਸਪਲਾਈ ਆਫ ਲੇਬਰ 10 ਐਂਡ ਜਦੋਂ ਇੱਥੇ ਕੀ ਲੇਬਰ ਦੀ ਗੱਲ ਕੀਤੀ ਹੈ, ਲੇਬਰ ਦੀ ਕਿਉਂਕਿ ਸਪਲਾਈ ਤੇ ਡਿਮਾਂਡ ਆਪਾਂ ਇੰਕਰੀਜ਼ ਡਿਕਰੀਜ਼ ਕਰ ਸਕਦੇ ਹਾਂ, ਲੇਕਿਨ ਲੈਂਡ ਦੀ ਸਪਲਾਈ ਇੰਕਰੀਜ਼ ਡਿਕਰੀਜ਼ ਨਹੀਂ ਕਰ ਸਕਦੇ। तब फिर क्या इतने लेबर की जी अपनी रेंट इतने अराइज नहीं होएगा, क्योंकि आप लेबर के यूज के नाल ही जो है लैंड उन्होंने यूज कर लेबर को बढ़ा रहे हैं। तब फिर तुम देख सकते हो कि एक्चुअल अर्निंग एंड ट्रांसफर अर्निंग 10, 10, 10, 10 के विचों एक्चुअल के विचों ट्रांसफर माइनस करांगे तो 0, 0 बच जाएगा साढ़े को। उस तो बाद तुम डायग्राम के देख सकते हो ओ एक्स अक्ष के यूनिट्स ऑफ कैपिटल लिते हुए ने रुपीज़ के विच ओ वाई ते ਆਪਾਂ ਨੇ ਕੀ ਲਿੱਤਾ ਹੋਇਆ, ਰੇਟ ਆਫ ਇੰਟਰਸਟ ਲਿੱਤਾ ਹੋਇਆ ਹੈ। ਰੈਂਟ ਵੈਨ ਸਪਲਾਈ ਆਫ ਅ ਫੈਕਟਰੀ ਇਜ਼ ਪਰਫੈਕਟਲੀ ਇਲਾਸਟਿਕ। ਕਹਿੰਦੇ ਇੱਥੇ ਰੈਂਟ ਕੀ ਹੋਏਗਾ, ਜਦੋਂ ਜਿਹੜਾ ਫੈਕਟਰ ਦੀ ਸਪਲਾਈ ਪਰਫੈਕਟਲੀ ਇਲਾਸਟਿਕ ਹੋਏਗੀ। ਇੱਥੇ ਆਪਾਂ ਨੇ ਕੈਪੀਟਲ ਦੀ ਲਿੱਤੀ ਹੈ, ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕੈਪੀਟਲ ਐਂਡ ਇੰਟਰਸਟ ਨੂੰ, ਕਿ ਕੈਪੀਟਲ ਆਪਾਂ ਜਿੰਨੀ ਚਾਹੀਏ ਤਾਂ ਲੈ ਸਕਦੇ ਹਾਂ, ਇਨਫਿਨਿਟੀ ਹੈ ਕੈਪੀਟਲ ਦੀ ਸਪਲਾਈ, ਇਨਕਰੀਜ਼ ਹੋ ਰਹੀ ਹੈ, ਜਿਹੜੀ ਵਾਈ ਐਕਸ ਐਕਸਿਸ ਦੇ ਕੀ ਆ, ਪੈਰਲਲ ਹੈ। ਜਦੋਂ ਕਹਿੰਦੇ ਆਪਣੀ ਕੈਪੀਟਲ ਦੀ ਡਿਮਾਂਡ ਡੀ ਸੀਗੀ, ਤਾਂ ਸਪਲਾਈ ਕਰਵ ਨੂੰ ਐਸਐਸ ਨੂੰ ਉਹ ਈ ਪੁਆਇੰਟ ਤੇ ਕੱਟ ਕਰੇ, ਤਾਂ ਈ ਇਜ਼ ਅ ਇਕੁਇਲਿਬਰੀਅਮ ਪੁਆਇੰਟ, ਜਿੱਥੇ ਆਪਣੀ 20 ਕੀ ਆ ਕੈਪੀਟਲ ਯੂਜ਼ ਕਰ ਰਹੇ ਹਾਂ ਆਪਾਂ, ਐਂਡ 10% ਆਪਾਂ ਰੇਟ ਆਫ ਇੰਟਰਸਟ ਇਹਦਾ ਪੇ ਕਰ ਰਹੇ ਹਾਂ। ਰੇਟ ਆਫ ਇੰਟਰਸਟ ਕੀ ਆ, ਫਿਕਸ ਹੈ।
एंड उस तो बाद जो ਆਪਾਂ डिमांड इंक्रीज हुई कैपिटल की डिमांड इंक्रीज हो गए D1 होगी न्यू इक्विलिब्रियम पॉइंट बनया E1 जिथे कहते कैपिटल की जी डिमांड है वो इंक्रीज होकर कितनी होगी 40 एंड जो परसेंटेज इंटरस्ट है वो पहला जिन्ना ही है 10%। इंटरस्ट कोई भी चेंज नहीं हो रहा उन्ना ही है ठीक है लेकिन अपनी जी कैपिटल की डिमांड है वो डे बाय डे की इंक्रीज हो रही है जिदे करके क्वांटिटी है जी अपनी सप्लाई आ वो भी कैपिटल की इंक्रीज हो रही है। तो उस तो बाद है रेंट व्हेन सप्लाई ऑफ अ फैक्टर इज परफेक्टली इलास्टिक परफेक्टली इलास्टिक मींस नो चेंज कांस्टेंट है सप्लाई ठीक है। तो ਤੁਸੀਂ ਇੱਥੇ ਦੇਖ ਸਕਦੇ ਹੋ एक्चुअल अर्निंग 10 15 एंड 20 एंड ट्रांसफर अर्निंग 0 0 0 एंड एक्चुअल ਦੇ ਵਿੱਚੋਂ ट्रांसफर अर्निंग माइनस ਕਰਾਂਗੇ ਤਾਂ 10 15 20 अपना ਕੀ ਹੋਏਗਾ रेंट होएगा। तो परफेक्टली इनलास्टिक सप्लाई ਦੇ ਵਿੱਚ ਕੀ ਆ अपनी ਜਿਹੜੀ सप्लाई कर्व है वो की है 0 है ठीक है नो चेंज तक वो एक्स अक्ष से यूनिट्स ऑफ लैंड लेता है क्योंकि लैंड की सप्लाई फिक्स्ड है एंड उस तो बाद ओ वाई अक्ष से रेंट लेता हुआ है ਜਦੋਂ ਕਹਿੰਦੇ ਆਪਣਾ ਡਿਮਾਂਡ ਡੀਡੀ ਸੀਗਾ ਤਾਂ ਇਹ ਪੁਆਇੰਟ ਤੇ ਇਕੁਇਲਿਬ੍ਰੀਅਮ ਸੀਗਾ ਸਪਲਾਈ ਤੇ ਡਿਮਾਂਡ ਕਰਵ ਕੱਟ ਕਰ ਰਹੀਆਂ ਨੇ ਲੈਂਡ ਦੀਆਂ ਤਾਂ ਇਹ ਪੁਆਇੰਟ ਤੇ ਉਹ 20 ਆਪਣਾ ਰੈਂਟ ਫਿਕਸ ਹੋਇਆ ਹੈ ਤੇ ਉਸ ਤੋਂ ਬਾਅਦ 2 ਆਪਾਂ ਲੈਂਡ ਯੂਜ਼ ਕਰ ਰਹੇ ਹਾਂ ਉਸ ਤੋਂ ਬਾਅਦ ਜਦੋਂ ਡਿਮਾਂਡ ਇਨਕਰੀਜ਼ ਹੋਗੀ D1 तब अपना सप्लाई ਦੇ ਵਿੱਚ ਕੋਈ ਵੀ ਇਨਕਰੀਜ਼ ਨਹੀਂ ਹੋਇਆ ਹੈ लेकिन न्यू इक्विलिब्रियम पॉइंट बनया E1 डिमांड इंक्रीज होने करके एस कर्व ਨੂੰ ਉਹ E1 पॉइंट ਤੇ ਕੱਟ ਕਰਿਆ ਜਿੱਥੇ ਆਪਣਾ ਰੈਂਟ ਵੀ इंक्रीज हो गया ਰੈਂਟ इंक्रीज हो के 20 ਤੋਂ ਕੀ ਹੋ ਗਿਆ 40 ਹੋ ਗਿਆ क्यों इंक्रीज ਹੋਇਆ ਕਿਉਂਕਿ ਇੱਥੇ डिमांड इंक्रीज हो गई ਤਾਂ ਜਿੰਨੀ डिमांड इंक्रीज ਹੋਏਗੀ ਜਦੋਂ परफेक्टली इलास्टिक सप्लाई होएगी उतना ही अपना रेंट भी ਕੀ ਹੋਏਗਾ राइज उस तो बाद है रेंट व्हेन द सप्लाई ऑफ फैक्ट्री इज लेस दैन परफेक्टली इलास्टिक जदों की सप्लाई की लेस दैन परफेक्टली इलास्टिक है जितनी डिमांड इंक्रीज हो रही है सप्लाई इंक्रीज तो हो रही है लेकिन उन्नी इंक्रीज नहीं हो रही डिमांड तो सप्लाई घट इंक्रीज हो रही है इत्थे भी लेबर की गल की गई है क्योंकि लेबर भी इंक्रीज कर सकते हैं आप लैंड में इंक्रीज नहीं कर सकते लेबर की एग्जाम्पल लेती है तो लेबर के बदले रेंट तो उस तो बाद देखो लेस दैन परफेक्टली इलास्टिक डिमांड फॉर लेबर 10 20 एंड 30 लेकिन अपनी जो एक्चुअल अर्निंग पर लेबर है 10 15 20 एंड ट्रांसफर अर्निंग ऑफ लेबर 10 10 10 फिक्स तो उस तो बाद कि अपना एक्चुअल ਦੇ ਵਿੱਚੋਂ ट्रांसफर माइनस करांगे तो 0 5 10 रेंट की ਇੱਥੇ ਅਰਾਈਜ਼ ਹੋ ਰਿਹਾ ਜਿਵੇਂ ਜਿਹੜੀ डिमांड फॉर लेबर अपनी इंक्रीज हो रही है ਤੁਸੀਂ देख भी सकते हो डायग्राम ਦੇ ਵਿੱਚ जी सप्लाई कर्व है पॉजिटिव है लैफ्ट राइट अपवर्ड जा रही है जिमें जिमें डिमांड बढ़ रही है उमें उमें सप्लाई बढ़ रही है वेजेस भी बढ़ रही है रेंट भी इंक्रीज हो रहा है एंड सप्लाई कर्व नो डी कर्व पहला ई पॉइंट ते कट कर रही है ई पॉइंट इज अ इक्विलिब्रियम पॉइंट जिथे जरा वो डबल जो वेजेस ने रेंट है वो फिक्स होया वो एंड जी क्वांटिटी है यूनिट्स ऑफ लेबर है वो लिखी जा रही है तो डिमांड इंक्रीज होगी D1 तक E1 पॉइंट इज अ न्यू इक्विलिब्रियम पॉइंट जिथे ओ डबल जो 1 रेंट फिक्स होया है रेंट इंक्रीज होया है लेकिन जी अपनी सप्लाई है वो पहला जी इंक्रीज नहीं हुई लेबर की घट इंक्रीज हुई है वो N to N1 इंक्रीज हुई है ठीक है तब न्यू इक्विलिब्रियम पॉइंट पे डबल जो 1 रेंट इंक्रीज हो गया एंड लेबर N तो N1 इंक्रीज हो गई इतने सप्लाई घट इंक्रीज हो रही है डिमांड के So this is when the supply of factory is less than perfectly elastic. ਤੇ ਉਸ ਤੋਂ ਬਾਅਦ ਹੈ ਆਪਣਾ quasi-rent ਤਾਂ ਤੁਸੀਂ ਦੇਖ ਸਕਦੇ ਹੋ ਕਿ what is quasi-rent this is the last topic ਇਹ ਤੁਹਾਨੂੰ short question ਵੀ ਆ ਸਕਦਾ quasi-rent ਕੀ ਹੁੰਦਾ ਹੈ ਜਿਵੇਂ ਕਿ ਤੁਸੀਂ ਦੇਖਿਆ ਕਿ ਆਪਾਂ ਲੈਂਡ ਨੂੰ ਯੂਜ਼ ਕਰਦੇ ਹਾਂ ਪ੍ਰੋਡਕਸ਼ਨ ਦੇ ਲਈ ਆਊਟਪੁੱਟ ਦੇ ਲਈ ਤਾਂ ਆਊਟਪੁੱਟ ਦੇ ਲਈ ਜੋ ਆਪਾਂ ਫੈਕਟਰ ਆਫ ਪ੍ਰੋਡਕਸ਼ਨ ਚ ਯੂਜ਼ ਕਰਦੇ ਹਾਂ ਉਹਦੇ ਲਈ ਸਾਨੂੰ ਕੀ ਕਰਨੀ ਪੈਂਦੀ ਹੈ ਕਾਸਟ ਪੇ ਕਰਨੀ ਪੈਂਦੀ ਹੈ ਕਾਸਟ ਪੇ ਕਰਨੀ ਪੈਂਦੀ ਹੈ ਤਾਂ ਜਿਹੜੀ ਕਾਸਟ ਹੁੰਦੀ ਹੈ ਉਹ ਵੀ 2 ਟਾਈਪਸ ਦੀ ਹੁੰਦੀ ਹੈ ਇੱਕ ਹੁੰਦੀ ਹੈ ਫਿਕਸਡ ਕਾਸਟ ਇੱਕ ਹੁੰਦੀ ਹੈ ਵੇਰੀਏਬਲ ਕਾਸਟ ਤੇ ਜਿਹੜੀ ਫਿਕਸਡ ਕਾਸਟ ਹੈ ਉਹ ਫਿਕਸ ਫੈਕਟਰ ਆਫ ਲੈਂਡ ਦੇ ਲਈ ਪੇ ਕਰਾਂਗੇ ਵੇਰੀਏਬਲ ਕਾਸਟ ਹੈ ਜਿਹੜੀ ਉਹ ਲੇਬਰ ਤੇ ਕੈਪੀਟਲ ਦੇ ਲਈ ਪੇ ਕਰਾਂਗੇ ਤਾਂ ਕੁਐਸੀ-ਰੈਂਟ ਦੇ ਵਿੱਚ ਕੀ ਆ ਕਿ ਕੁਐਸੀ-ਰੈਂਟ ਕੀ ਹੁੰਦਾ ਹੈ ਕੁਐਸੀ-ਰੈਂਟ ਇਜ਼ ਦ ਡਿਫਰੈਂਸ ਬਿਟਵੀਨ ਟੋਟਲ ਰੈਵਨਿਊ ਐਂਡ ਟੋਟਲ ਵੇਰੀਏਬਲ ਕਾਸਟ
ਟੋਟਲ ਰੈਵਨਿਊ ਕੀ ਹੈ? ਟੋਟਲ ਰੈਵਨਿਊ ਜੋ ਸਾਨੂੰ ਟੋਟਲ ਇਨਕਮ ਪ੍ਰੋਡਕਸ਼ਨ ਤੋਂ ਹੋ ਰਹੀ ਹੈ। ਐਂਡ ਟੋਟਲ ਵੇਰੀਏਬਲ ਕਾਸਟ ਜੋ ਸਿਰਫ ਵੇਰੀਏਬਲ ਫੈਕਟਰਸ ਤੇ ਆ ਰਹੀ ਹੈ। ਵੇਰੀਏਬਲ ਫੈਕਟਰਸ ਕੀ ਹੋ ਗਏ? ਜਿਵੇਂ ਕਿ ਆਪਣਾ ਹੋ ਗਿਆ ਕਿਸ ਚੀਜ਼ ਦੀ ਕਾਸਟ, ਲੇਬਰ ਦੀ ਕਾਸਟ ਹੋ ਗਈ, ਆਪਣੀ ਕੈਪੀਟਲ ਦੀ ਕਾਸਟ ਹੋ ਗਈ। ਜਦੋਂ ਟੋਟਲ ਰੈਵਨਿਊ ਦੇ ਵਿੱਚ ਆਪਾਂ ਟੋਟਲ ਵੇਰੀਏਬਲ ਕਾਸਟ ਨੂੰ ਮਾਈਨਸ ਕਰਾਂਗੇ ਤਾਂ ਆਪਣੇ ਕੋਲ ਜੋ ਬਚ ਜਾਏਗਾ ਉਹ ਕੀ ਹੋਏਗਾ? ਆਪਣੇ ਕੋਲ ਕੁਐਸੀ ਰੈਂਟ ਹੋਏਗਾ। ਠੀਕ ਹੈ, ਤੇ ਕੁਐਸੀ ਰੈਂਟ ਕਹਿੰਦੇ ਹੁੰਦਾ ਹੈ ਜਿਵੇਂ ਕਿ ਜਦੋਂ ਆਪਾਂ ਕੋਈ ਵੀ ਇਨਸੈਂਟਿਵਸ ਲੇਬਰ ਯੂਜ਼ ਕਰਦੇ, ਲੇਬਰ ਦੇ ਥਰੂ ਪ੍ਰੋਡਕਸ਼ਨ ਇਨਕਰੀਜ਼ ਕਰਦੇ ਹਾਂ, ਤਾਂ ਉਸ ਤਰ੍ਹਾਂ ਹੀ ਆਪਣਾ ਜਿਹੜਾ ਟੋਟਲ ਰੈਵਨਿਊ ਹੈ ਉਹ ਇਨਕਰੀਜ਼ ਹੁੰਦਾ, ਕਾਸਟ ਵੀ ਇਨਕਰੀਜ਼ ਹੁੰਦੀ ਹੈ, ਤਾਂ ਡਿਫਰੈਂਸ ਸ਼ੋ ਇਨਕਰੀਜ਼ ਹੋਏਗਾ। ਦਿਸ ਇਜ਼ ਦਾ ਕੁਐਸੀ ਰੈਂਟ। ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ OX ਅਕਸ਼ ਤੇ ਆਪਣੀ ਜਿਹੜੀ ਹੈ ਆउटपुट ਲਿੱਤੀ ਹੋਈ ਹੈ, OY ਤੇ ਆਪਣੀ ਕਾਸਟ ਐਂਡ ਪ੍ਰਾइस ਲਿੱਤਾ ਹੋਇਆ ਹੈ। ਕਾਸਟ ਤੇ ਪ੍ਰਾइस ਦੇ ਥਰੂ ਆਪਾਂ ਜੋ ਡਿਫਰੈਂਸ ਹੈ ਉਹਦੇ ਥਰੂ ਕੁਐਸਟੀਨੈਂਟ ਸ਼ੋ ਕਰਾਂਗੇ। ਪ੍ਰਾइस ਇਜ਼ ਦਾ ਰੈਵਨਿਊ ਤੇ MC curve is a marginal cost curve and ABC is a average variable cost curve। ਠੀਕ ਹੈ, ਤੇ MC ਤੇ ABC ਇੱਕ ਦੂਸਰੇ ਨੂੰ ਜਿਸ ਪੁਆਇੰਟ ਤੇ ਕੱਟ ਕਰ ਰਹੇ ਨੇ ਉਸੇ ਤਰ੍ਹਾਂ ਇਕੁਇਲਿਬਰੀਅਮ ਜਿਹੜਾ ਪ੍ਰਾइस ਹੈ ਆਪਣਾ OP ਫਿਕਸ ਹੋਇਆ ਹੈ, ਕਾਸਟ ਵੀ ਆਪਣੀ OP ਹੀ ਹੈ ਤੇ ਕੁਆਂਟੀਟੀ ਆਪਣੀ ਕਿੰਨੀ ਹੈ? OQ ਹੈ। ਇੱਥੇ ਇੱਕ ਜੋ ਹੈ ਆਪਣਾ ਇੱਥੇ ਇਕੁਇਲਿਬਰੀਅਮ ਦੀ ਪੋਜੀਸ਼ਨ ਹੈ ਜਿੱਥੇ OP ਪ੍ਰਾइस ਫਿਕਸ ਹੋਇਆ ਹੈ ਐਂਡ OP ਕਾਸਟ ਹੈ ਐਂਡ OQ ਕੁਆਂਟੀਟੀ ਹੈ। ਹੁਣ ਕੀ ਹੋ ਜਾਂਦਾ ਹੈ? ਅਗਰ ਕਹਿੰਦੇ ਪ੍ਰਾइस ਇਨਕਰੀਜ਼ ਹੋ ਜਾਂਦਾ ਹੈ, ਪ੍ਰਾइस ਇਨਕਰੀਜ਼ ਹੋ ਕੇ OP ਤੋਂ OP ਬੰਦ ਹੋ ਜਾਂਦਾ ਹੈ। ਠੀਕ ਹੈ, ਤਦ ਕੀ ਹੋਏਗਾ? ਪ੍ਰਾइस ਇਨਕਰੀਜ਼ ਹੋਣ ਦੇ ਨਾਲ ਕੁਆਂਟੀਟੀ ਵੀ ਆउटपुट ਵੀ ਇਨਕਰੀਜ਼ ਹੋਏਗੀ, ਉਹ ਵੀ ਇਨਕਰੀਜ਼ ਹੋ ਕੇ OQ ਤੋਂ ਕੀ ਹੋ ਜਾਏਗੀ? OQ 1 ਹੋ ਜਾਏਗੀ। OQ 1 ਹੋ ਜਾਏਗੀ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਜਿਹੜੀ ਆਪਣੀ ਰੈਵਨਿਊ ਹੈ ਉਹ ਇਨਕਰੀਜ਼ ਹੋਇਆ ਪ੍ਰਾइस ਇਨਕਰੀਜ਼ ਹੋਣ ਦੇ ਨਾਲ। ਰੈਵਨਿਊ ਕਿੰਨਾ ਹੈ? AQ1 ਐਂਡ ਜਿਹੜੀ ਕਾਸਟ ਹੈ ਉਹ ਕਿੰਨੀ ਹੈ? BQ1। ਕਾਸਟ ਘੱਟ ਹੈ ਪਹਿਲਾਂ ਜਿੰਨੀ ਹੈ, ਲੇਕਿਨ ਆਪਣਾ ਪ੍ਰਾइस ਵਧ ਗਿਆ ਤਾਂ ਜਿਹਦੇ ਨਾਲ ਆਪਣਾ AB ਕੀ ਹੋ ਗਿਆ? ਰੈਂਟ ਰਾਈਜ਼ ਹੋ ਗਿਆ। ਦਿਸ ਇਜ਼ ਅ ਕੁਐਸੀ ਰੈਂਟ क्योंकि क्वेसी रेंट है AB क्योंकि AQ1 इज अ टोटल रेवेन्यू एंड BQ1 इज अ टोटल वेरिएबल कॉस्ट। चल AQ1 जो BQ1 माइनस करेंगे तो अपने को बच जाएगा ABTP1। दिस इज अ क्वेसी रेंट। उस तो बाद अगर अपनी जी प्राइस है इनक्रीज होके OP1 तो OP2 हो जाती है तो ਤੁਸੀਂ देख सकते हो कि ਜਿਹੜੀ ਆਪਣੀ प्राइस इनक्रीज होगी लेकिन कॉस्ट अपनी पहला जितनी हुई है तो ਇੱਥੇ ਕੀ ਹੋਏਗਾ? D क्वांटिटी इंक्रीज होके Q2 हो जाएगी तो D Q2 इज अ टोटल रेवेन्यू एंड CQ इज अ कॉस्ट तो D Q2 जो CQ2 माइनस करांगे तो DCP1 P2। दिस इज अ क्वेसी रेंट। जिमें जिमें प्राइस बढ़ेगी क्वांटिटी बढ़ेगी तो रेंट भी अपना की होता जाएगा? इनक्रीज होता जाएगा क्योंकि वेरिएबल्स फैक्टर्स के विच चेंज हो रहे हैं। वेरिएबल्स फैक्टर्स के चेंज होने ना वेरिएबल कॉस्ट के थ्रू नाल टोटल रेवेन्यू भी इंक्रीज हो रहा है, आउटपुट भी इंक्रीज हो रही है। जिन्ना टोटल रेवेन्यू इंक्रीज होएगा प्रॉफिट होएगा उन्ना क्वेसी रेंट भी अपना की होता जाएगा? इंक्रीज होता जाएगा। दिस इज अ व्यू ऑफ मॉडर्न इकोनॉमिस्ट। ये मार्शल ने बोलिया है। ठीक है, मार्शल ਦੇ ਵਿਊਜ਼ ਨੇ ਇਹ ਤੇ ਆਪਣਾ ਜਿਹੜਾ ਰਿਕਾਰਡੀਅਨ ਸੀਗਾ ਉਹਨਾਂ ਨੇ ਇੰਟੈਂਸਿਵ ਤੇ ਐਕਸਟੈਂਸਿਵ ਕਲਟੀਵੇਸ਼ਨ ਦੀ ਗੱਲ ਕੀਤੀ ਸੀਗੀ। ਆਪਣੇ ਜਿਹੜੇ ਮਾਡਰਨ ਸੀਗੇ ਉਹਨਾਂ ਨੇ ਡਿਮਾਂਡ ਐਂਡ ਸਪਲਾਈ ਦੀ ਗੱਲ ਕੀਤੀ ਸੀ ਕਿ ਡਿਮਾਂਡ ਐਂਡ ਸਪਲਾਈ ਜਿੱਥੇ ਇਕੁਅਲ ਹੋਣਗੇ ਉੱਥੇ ਆਪਣਾ ਜੋ ਰੈਂਟ ਹੈ ਫਿਕਸ ਹੋਏਗਾ। ਤੇ ਇਲਾਸਟਿਸਿਟੀ ਗੱਲ ਕੀਤੀ ਸੀਗੀ ਆਪਣੀ ਡਿਮਾਂਡ ਦੀ ਇਲਾਸਟਿਸਿਟੀ ਆਪਣੀ ਜਿਹੜੀ ਹੈ ਲੈਂਡ ਉਹਦੀ ਇਲਾਸਟਿਸਿਟੀ ਲੈਸ ਇਲਾਸਟਿਕ ਇਕੁਅਲ ਇਲਾਸਟਿਕ ਪਰਫੈਕਟਲੀ ਇਲਾਸਟਿਕ ਇਨ ਇਲਾਸਟਿਕ ਉਹਦੇ ਥਰੂ ਜਿਹੜਾ ਰੈਂਟ ਆਪਣਾ ਰਾਈਜ਼ ਹੁੰਦਾ ਹੈ ਜਦੋਂ ਡਿਮਾਂਡ ਦੀ ਸਪਲਾਈ ਇਕੁਅਲ ਨਹੀਂ ਹੁੰਦੇ ਲੈਂਡ ਦੇ। एंड उस तो बाद जो अपना मार्शल है उन्हें इक्वेसी रेंट बारे दस्या है कि इक्वेसी रेंट इज द डिफरेंस बिटवीन टोटल रेवेन्यू माइनस टोटल वेरिएबल कॉस्ट। तो जरा अपना ये थ्योरीज ऑफ लैंड ने ये 3 थ्योरीज ऑफ लैंड इतनी अपनी खत्म होंगे ने। धन्यवाद।